ਤੇ ਸੱਚ ਦੀ ਤਲਵਾਰ ਤਿਆਰ ਕਰ ਲਓ। ਅਸੀਂ ਇਸ ਵੇਲੇ ਸਿੰਘੂ ਬਾਰਡਰ ਦੇ ਆ। ਸਿੰਘੂ ਬਾਰਡਰ ਦੇ ਕੋਲ ਹੋਲੇ ਮਹੱਲੇ ਦਾ ਪ੍ਰੋਗਰਾਮ ਜਿਹੜਾ ਉਹ ਮਨਾਉਣ ਵਾਸਤੇ ਇੱਥੇ ਗਰਾਊਂਡ ਤਿਆਰ ਕੀਤਾ ਗਿਆ, ਜਿੱਥੇ ਟਕੈਤ ਸਾਹਿਬ ਸਿੱਖ ਸ਼ਖਸੀਅਤਾਂ ਪਹੁੰਚੀਆਂ ਨੇ। ਨਿਕੱਥਾ ਦੇਖ, ਜਦੋਂ ਤੁਸੀਂ ਸੱਚ ਦੀ ਤਲਵਾਰ ਦੇ ਨਾਲ ਟਕੈਤ ਸਾਹਿਬ ਦੇ ਨਾਲ ਸਿੱਖ ਸ਼ਖਸੀਅਤਾਂ ਇੱਥੇ ਸਟੇਜ ਦੇ ਉੱਤੇ ਮੌਜੂਦ ਨੇ। ਜਾਵੇਗਾ ਉਹ ਕਤਲ ਹਲਾਲ ਹੋਵੇਗਾ। ਇਹਦਾ ਮਤਲਬ ਕਿ ਇਹ ਜਿਹੜੀ ਤਲਵਾਰ ਹੈ ਸਪਿਰਿਚੁਅਲਿਟੀ ਦੀ ਵੀ ਗੱਲ ਕਰਦੀ ਹੈ, ਤੇ ਜਿਹੜੀ ਸਾਡੀ ਸਾਰ ਦੀ ਤਲਵਾਰ ਹੈ, ਜਿਹੜੀ ਸਾਡੀ ਸਰਬਲੋਹ ਦੀ ਤਲਵਾਰ ਹੈ, ਉਹ ਤਲਵਾਰ ਜਿਹੜੀ ਗਰਾਊਂਡ ਹੈ ਉਹ ਸਾਡੀ ਕਿਤੇ ਨਾ ਕਿਤੇ ਘੋੜ ਦੌੜਾਂ, ਕਿੱਲੀ ਪੁੱਟਣ ਦਾ ਜਿਹੜਾ ਅਸੀਂ ਕਿਤੇ ਵੀ ਆਪਣੇ ਸਰੋਤਾਂ ਦੇ ਤਲਵਾਰ ਸ਼ਬਦ ਤੇ ਵਰਤਿਆ, ਪਰ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਾਨੂੰ ਸ਼ਬਦ ਵਰਤਿਆ ਨਾ, ਉਹ ਦਿੱਤਾ ਹੈ ਕਿਰਪਾਨ। ਕਿਸਾਨ ਆਗੂ ਸਾਰੇ ਪਹੁੰਚੇ ਹੋਏ ਆ ਇੱਥੇ ਤਲਵਾਰ ਦੇ ਵਾਸਤੇ ਤੇ ਅਮਰਜੀਤ ਭਾਜੀ ਨੇ ਨਾਲ ਐਡਵੋਕੇਟ ਸਾਹਿਬ ਨੇ। ਤਲਵਾਰ ਸ਼ਬਦ ਮੂਲ ਰੂਪ ਚ ਫਾਰਸੀ ਚ ਆਇਆ, ਜਿਹਦਾ ਭਾਵ ਥੱਲੇ ਵਾਰ ਕਰਨਾ, ਅਸੀਂ ਡਿੱਗੇ ਤੇ ਵਾਰ। ਨਿਹੰਗ ਸਿੰਘ ਗੁਰੂ ਕੀਆਂ ਫੌਜਾਂ। ਇਸ ਕਰਕੇ ਕਿਰਪਾ ਆਨ ਕਿ ਜਿਹੜਾ ਸ਼ਸਤਰ ਕਿਸੇ ਦੀ ਆਨ, ਕਿਸੇ ਦੀ ਇੱਜ਼ਤ ਨੂੰ ਬਚਾਉਣ ਦੇ ਵਾਸਤੇ ਚੁੱਕਿਆ ਜਾਂਦਾ ਹੈ, ਉਹਦੇ ਵਾਸਤੇ 5 ਪ੍ਰਕਾਰਾਂ ਘੋੜ ਦੌੜਾਂ ਦੀਆਂ ਜੋਹਰ ਵਿਖਾ ਰਹੀਆਂ ਨੇ ਇੱਥੇ। ਦੂਸਰੀ ਗੱਲ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੇ ਜੰਗਾਂ ਲੜਨ ਦੀ ਆਰੰਭਤਾ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੰਨੀਆਂ ਵੀ 2 ਪ੍ਰਮਾਣ ਮੈਂ ਜੰਗਾਂ ਦੇ ਦੇ ਜਿਹੜੇ ਸੀਗੇ ਸਾਡੇ ਨਿਹੰਗ ਸਿੰਘ ਬਾਬਾ ਆਓ ਕਿੱਲੀ ਪੁੱਟਣ ਦਾ ਸੇਵਕ ਸਿੰਘ ਹੁਣੀ ਕਰਨਾ ਦੇ ਵਿੱਚੋਂ ਇਹ ਕਿੱਲੀ ਪੁੱਟ ਕੇ ਲੈ ਗਏ ਨੇ, ਜਿਹਦੇ ਉੱਪਰ ਅਸੀਂ 500 ਦਾ ਇਨਾਮ ਜਿਹੜਾ ਸੀ ਰੱਖਿਆ ਹੋਇਆ ਸੀਗਾ। ਤਰਨਾ ਦਲ ਦੇ ਸਿੰਘ ਨੇ ਬਾਬਾ ਗੁਰਸੇਵਕ ਸਿੰਘ ਹੁਣੀ ਜਿਨ੍ਹਾਂ ਨੇ ਕਿੱਲੀ ਪੁੱਟੀ। ਇਹ ਤਰਨਾ ਦਲ ਦੇ ਮੁਖੀ ਘੋੜਸਵਾਰੀ ਦੇ ਵਿੱਚ ਬੜੇ ਸਾਡੇ ਮਾਹਰ ਵੀਰ ਬਾਬਾ ਵੇਚਣ ਉਹਨਾਂ ਨੇ ਬਾਬਾ ਰਾਜਾ ਰਾਜ ਸਿੰਘ ਜੀ ਬਣਾ ਨੂੰ ਇਸ ਮਹਾਨ ਉਪਰਾਲੇ ਦੇ ਕਰਕੇ ਜਿਹੜੇ ਨੌਜਵਾਨ ਜਿਹੜੇ ਇਸ ਯੁੱਧ ਵਿੱਚ ਸ਼ਾਮਲ ਨੇ, ਉਹਨਾਂ ਨੂੰ 5000 ਰੁਪਏ ਰਾਸ਼ੀ ਜਿਹੜੀ ਅਦਾ ਕੀਤੀ ਜਾਂਦੀ ਹੈ, ਕਿ ਜਿਹੜਾ ਉਹਨਾਂ ਦੇ ਮਹਾਨ ਉਪਰਾਲਾ ਘੋੜਸਵਾਰਾਂ ਨੂੰ ਵਰਤਾਏ ਜਾਣਗੇ। ਅਸੀਂ ਨਹੀਂ ਰੱਖੜੇ ਘੋੜਸਵਾਰਾਂ ਵਾਸਤੇ ਇਨਾਮ ਨੇ। ਜਦੋਂ ਘੋੜਸਵਾਰ ਦਾ ਜੰਗ ਜੋ ਕਰਤੱਵ ਦਿਖਾ ਦੇਣਗੇ, ਫਿਰ ਗੱਤਕਾ ਦੀ ਟੀਮ ਨੇ ਆਪਣੇ ਕਰਤੱਵ ਦਿਖਾਉਣੇ। ਉਸ ਤੋਂ ਬਾਅਦ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਨਵਦੀਪ ਬਾਈ ਆ ਮੌਜੂਦ ਨੇ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਨੇ, ਸਿੰਘ ਸਾਹਿਬ ਬਾਬਾ ਜਗਤ ਸਿੰਘ ਜੀ ਅਰਮਾ ਖਰਪਾ ਮੌਜੂਦ ਨੇ, ਸਿੰਘ ਸਾਹਿਬ ਬਾਬਾ ਸਾਹਿਬ ਬਾਬਾ ਧੀਰਾ ਸਿੰਘ ਜੀ ਮੌਜੂਦ ਨੇ, ਮੈਸੇਜ ਦੇਣਾ ਸਿੰਘ ਜੀ ਉਹ ਵੀ ਮੌਜੂਦ ਨੇ, ਸਿੰਘ ਸਾਹਿਬ ਬਾਬਾ ਬਰਿਆਮ ਸਿੰਘ ਜੀ ਮੜੀਆਂ ਵਾਲੇ ਉਹ ਵੀ ਇੱਥੇ ਹਾਜ਼ਰ ਨੇ। ਸਾਰਿਆਂ ਵੱਲੋਂ ਫਿਰ ਘੋੜਸਵਾਰਾਂ ਨੂੰ ਇਨਾਮ ਵਰਤਾਏ ਜਾਣਗੇ। ਆਪ ਜੀ ਦਰਸ਼ਨ ਕਰ ਰਹੇ ਹੋ। 2 ਘੋੜਿਆਂ ਦੇ ਉੱਤੇ ਇੱਕ ਜਿਹੜੇ ਜੋੜੀ ਆ ਬਈ ਉਹ ਸਭ ਤੋਂ ਬੇਨਤੀ ਆ ਘੋੜਸਵਾਰਾਂ ਨੂੰ ਕਿ ਹੁਣ ਦੌੜਾਂ ਬੰਦ ਕਰਕੇ ਆਪਣੀ ਜੋੜੀ ਛੱਡੀ ਜਾਵੇ। 2 ਘੋੜਿਆਂ ਤੇ ਕਿਹੜਾ ਜਵਾਨ ਆਉਂਦਾ ਫਟਾਫਟ ਆਓ ਮੈਦਾਨ ਦੇ ਵਿੱਚ। ਅਗੋਗੇ ਸਾਹਿਬ ਆਪ ਜੀ ਨਾਲ ਵਿਚਾਰ ਕਰ ਰਹੇ ਨੇ। ਹੁਣ 2 ਘੋੜਿਆਂ ਤੇ ਸਿੰਘ ਆਉਣਗੇ। ਪਰੰਪਰਾਵਾਂ ਨੇ ਉਹਨਾਂ ਦੇ ਵਿੱਚ ਇੱਕ ਬੜਾ ਔਖਾ ਕਰਤੱਵ ਹੁੰਦਾ ਹੈ ਕਿ 2 ਘੋੜਿਆਂ ਦੇ ਉੱਪਰ ਸਵਾਰੀ ਕਰਨੀ। ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਨਹੀਂ ਹੋ ਸਕਿਆ। ਕੋਈ ਨਹੀਂ, ਅਗਲਾ ਵੀ ਫਿਰ ਮੇਰੇ ਖਿਆਲ ਨਾਲ ਕਿ 2 ਘੋੜਿਆਂ ਦੇ ਉੱਪਰ ਆ ਗਿਆ ਤੇ ਥੋੜਾ ਜਿਹਾ ਘੋੜਿਆਂ ਦੇ ਵਿੱਚ ਬੈਲੈਂਸ ਸਪੀਡ। ਨਿਹੰਗ ਸਿੰਘ ਗੁਰੂ ਕੀਆਂ ਫੌਜਾਂ ਨੇ ਇੱਥੇ ਰੌਣਕਾਂ ਲਾਈਆਂ ਹੋਈਆਂ ਨੇ। ਵੇਖੋ ਕਾਫੀ ਸਵਾਲਾਂ ਦੇ ਆਪਣੇ ਆਪ ਜਵਾਬ ਮਿਲ ਜਾਂਦੇ ਨੇ। ਕਿਹਾ ਜਾਂਦਾ ਕਿ ਸੰਗਤ ਘੱਟ ਹੈ, 2 ਘੋੜਿਆਂ ਦੇ ਉੱਤੇ ਸਵਾਰ। ਉਹ ਕਾਮਯਾਬ ਰਿਹਾ, ਥੋੜਾ ਜਿਹਾ ਖੜਕਿਆ ਇਹਨਾਂ ਚ ਚੱਲਦਾ ਜੀ। ਇਹ ਬਹੁਤ ਔਖੀ ਗੱਲ ਹੈ, ਛੋਟੀ ਗੱਲ ਨਹੀਂ ਹੈਗੀ ਕਿ 2 ਘੋੜਿਆਂ ਦੇ ਇੱਕ ਚਾਲ ਦੇ ਵਿੱਚ। ਜਿੱਥੋਂ ਤੱਕ ਅਸੀਂ ਜਾਣਕਾਰੀ ਰੱਖਦੇ ਹਾਂ, ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਹੋਲੇ ਮਹੱਲੇ ਦਾ ਪ੍ਰੋਗਰਾਮ ਹੈ ਜਿਹੜਾ ਅਨੰਦਪੁਰ ਸਾਹਿਬ ਤੋਂ ਬਾਹਰ ਕਿਤੇ ਮਨਾਇਆ ਜਾ ਰਿਹਾ ਸੰਗਤਾਂ ਵੱਲੋਂ, ਸਿੱਖ ਸੰਗਤਾਂ ਵੱਲੋਂ। ਪਾਸੇ ਦੀ ਨਹੀਂ ਬੜਾ ਵਰਸੀਆਂ ਦੇ ਨਾਲ ਜਿਹੜੇ ਗੱਡੇ ਹੋਏ ਕਿੱਲੇ ਉਹਨਾਂ ਨੂੰ ਕੁੱਟਦੇ। ਇਹ ਬੇਪਰਵਾਹੀ ਖਾਲਸਾ ਪੰਥ ਮੇਰੇ ਖਿਆਲ ਦੇ ਨਾਲ ਜਿਹੜੀਆਂ ਇਹ ਘੋੜ ਦੌੜ ਵਾਲੀ ਸਾਡੀ ਟੀਮ ਸੀ ਨਿਹੰਗ ਸਿੰਘਾਂ ਦੀ, ਇਹਨਾਂ ਦੇ ਕਰਤੱਵ ਜਿਹੜੇ ਤੁਸੀਂ ਵੇਖ ਰਹੇ ਨੇ। ਤੇ 2 ਘੋੜਿਆਂ ਤੇ ਬੜਾ ਮਾਹੌਲ ਇਦਾਂ ਲੱਗਦਾ ਵੀ ਮਾੜੇ ਬੰਦੇ ਦਾ ਦਿਲ ਨਿਕਲ ਜਿਤਨਾ ਨਿਕਲ ਜੇ ਇੱਕ ਸਿੰਘ ਹੋਰ ਆਊਗਾ ਜੀ ਘੋੜਿਆਂ ਦੀ ਜੋੜੀ ਦੇ ਉੱਪਰ। ਕੋਈ ਸਿੰਘ ਹੋਇਆ ਤੇ ਔਰ ਤਾਂ ਦੱਸ ਦਿਓ ਜੀ। ਨਿਹੰਗ ਸਿੰਘ ਵੀਰ ਹਾਂਜੀ। ਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਸ਼ਸਤਰ ਮੁਕਾਬਲਾ ਸ਼ੁਰੂ ਕਰ ਦੇਣਾ, ਫਿਰ ਜਿਹੜਾ ਸਾਨੂੰ ਮਿਊਜ਼ਿਕ ਨਾਲ ਲਾਉਣਾ ਪੈਣਾ, ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਜੰਗਾਂ ਦੇ ਵਿੱਚ ਵੀ ਨਗਾਰੇ ਵੱਜਿਆ ਕਰਦੇ ਸੀਗੇ। ਤੇ ਹੁਣ ਮੈਂ ਬੇਨਤੀ ਕਰਦਾ ਟਕੈਤ ਸਾਹਿਬ ਨੂੰ
ਤੇ ਉਹ ਅਜੇ ਸ਼ਾਂਤੀ ਨਾਲ ਤੁਸੀਂ ਗੱਲਬਾਤ ਕਰ ਲਓ, ਕਹਿ ਰਹੇ ਕਿ ਮਿਊਜ਼ਿਕ ਸ਼ੁਰੂ ਹੋ ਜਾਣਾ 73 ਵਜੇ ਅੱਗੇ ਕਰਕੇ, ਤਾਂ ਇਸ ਕਰਕੇ ਤੁਸੀਂ ਸੰਗਤ ਨਾਲ ਆਪਣੀ ਵਿਚਾਰ ਸਾਂਝੇ ਕਰ ਲਓ। ਜਿਹੜੇ ਲਗਾਤਾਰ ਭੱਜ ਰਹੇ ਨੇ ਸਿੰਧੂ ਬਾਰਡਰ ਦੇ ਉੱਤੇ ਜਿਹੜਾ सभी संगत यहाँ पे है। ਟਕੈਤ ਸਾਹਿਬ ਸਟੇਜ ਤੋਂ ਸੰਬੋਧਨ ਕਰਨ ਲੱਗੇ ਨੇ। नहिंग जी यहाँ पे आए हुए हैं और जो प्रोग्राम यहाँ पे चल रहा है इसका सुना तो जरूर था कि इस तरह के प्रोग्राम होते हैं, लेकिन आज देखने को भी मिला, क्योंकि टीवी में और पिक्चरों में जरूर देखते थे, लेकिन आज देखने को मिला। और बहुत बढ़िया जो घुड़सवारी है प्रोग्राम हो रहा है, लेकिन जो भीड़ है वो आगे है और बढ़िया तरीके से देखा जा सकता था, लेकिन भीड़ है क्योंकि देखने वालों को एक खुशी होती है कि इस तरह के हमारे प्रोग्राम, आज भी जो परंपराएं गुरु नानक देव जी ने जो परंपराएं शुरू करी वो आज भी चली हुई है। और जो हमारी जो ये फौज है, ये देखने को मिली कि उस टाइम पे ये फौजें हमारी किस तरह से काम करती थी। आज भी हमारी जो फौज है ये पूरा उसी हिसाब से काम करती है। ये हमको जो आज से 300-400 साल पहले जो परंपराएं थी, 500 साल पहले, वो देखने को हमको यहाँ पे मिल रही है। और ये प्रोग्राम जो होला मोहल्ले का जो प्रोग्राम है ये है, और जो बड़ा प्रोग्राम होता है हमारा वो पंजाब में होता है। तो अगली बार है, ऊपरले वाले से मेहर करो, वाहेगुरु से मेहर करो कि अगला प्रोग्राम यहाँ से हम जंग जीत कर जाएं, और अगला बड़ा प्रोग्राम जब वहाँ पे हो तो सब लोग उसमें शामिल होंगे। और ये जो प्रोग्राम चल रहा है, जो 3 काले कानून है, ये वापसी होंगे सब लोगों की। ये पूर्ण रूप से जो अब गर्मी आ रही है, जिस तरह से तप रहे हैं लोग, तो ये तपन होड़ भी रहेगी, बरसात भी आएगी, सर्दी भी आएगी। तो हमने तो सरकार को बता दिया सबको कि आंदोलन ये 8 महीने की तैयारी कर लेना, अभी तो घबराना नहीं। 8 महीने की और किसानों ने तैयारी कर ली, और सरकार भी अपनी तैयारी कर लेगी। किसान वापसी नहीं जाना। देखो कितना अच्छा प्रोग्राम ये है, जो असली जो 2 घोड़ों पे सवार होता है, ये है असली। धीरे से भाई, धीरे से, हाँ ये है। तो बहुत अच्छा प्रोग्राम ये चल रहा है। तो आपका धन्यवाद, और सभी जो सिंह यहाँ पे आए हैं उनका धन्यवाद, जो नहिंग जी यहाँ पे आए हुए हैं जो प्रोग्राम अपने कर रहे हैं उनका भी बहुत बहुत धन्यवाद। सभी सिख संगत का धन्यवाद, यहाँ पे जो लोग आए हैं। और ये जो प्रोग्राम चल रहा है, ये हमारी परंपराएं हैं, ये धीरे धीरे खत्म होती जा रही थी, लुप्त होती जा रही थी, लेकिन आपका धन्यवाद कि इस परंपरा को हम बनाए रखें। यही लाडली फौज, वही वाहेगुरु जी का खालसा, वाहेगुरु जी की फतेह। फतेह होकर जाना है, यहाँ से फतेह होकर जाएंगे। हाँ लो जी प्रोग्राम करो। युद्धवीर सिंह जी है वे, हाँ युद्धवीर सिंह जी आओ, क्योंकि गुरु परंपरा तो इस क्षेत्र से जुड़ी हुई है। तो आपको युद्धवीर सिंह सारे ही बताएंगे कि इस क्षेत्र से गुरु परंपराएं कैसे जुड़ी हुई है, क्या क्या महत्व, इस जिस जिले में हम हैं इस जिले का क्या महत्व है। और जो खाप पंचायत ने हमारी जो मदद करी है, खाप पंचायत का और सिखिज्म का क्या वो है, सब एक ही है। युद्धवीर सिंह आपके सामने है, सारे जो किस्से हैं वो अभी बताएंगे आपके सामने। 2 किस्से बहुत महत्वपूर्ण हैं, वे आप लोगों को जरूर पता रहना चाहिए। मैं आज यहाँ गुरु की लाडली फौज है, मैं नतमस्तक होकर उनको प्रणाम करता हूँ। गुरु महाराज की इस लाडली फौज ने गुरु द्वारा स्थापित उस परंपरा को कायम रखा। गुरु गोविंद सिंह जी महाराज ने जिस परंपरा को शुरू किया था, जिस खालसा की स्थापना की थी, अन्याय और अत्याचार के विरुद्ध लड़ने के लिए, इस देश में जुल्म को खत्म करने के लिए, उस परंपरा को कायम रखते हुए ये हमारे सिंहों की फौज आज भी उस परंपरा का निर्वाह कर रही है। आज जो उत्कर्ष प्रदर्शन आप लोगों ने ये यहाँ पे किया, जैसा राकेश जी ने बताया कि हमें पहली दफे ये सौभाग्य मिला इसको देखने का। एक जिज्ञासा मन में रहती थी, आनंदपुर साहब में जो होला मोहल्ला होता है हमेशा ये मन में रहता था कि देखेंगे, लेकिन सौभाग्य से आज हमको दिल्ली में देखने को मिल गया।
हम अपने आप को सौभाग्यशाली भी मानते हैं। हम ये कार्यक्रम आज भी जो उस टाइम पे जो जुर्म की लड़ाई के खिलाफ गुरु महाराज ने एक मुहिम शुरू की थी, एक फौज, सिंहों की फौज की स्थापना की थी, आज भी उसी तरह का वातावरण अन्याय और अत्याचार का वातावरण है। आज भी गरीब को कुचला जा रहा है। आज शासन व्यवस्था है वो पूंजीवाद को लेके गरीब किसान मजदूर और को जो भी गरीब है, जो कमेरा वर्ग है, उस पे अन्याय हो रहा है। उसकी मुक्ति के लिए हम और आप सब यहाँ डेरा डाल के बैठे हुए हैं। राकेश जी ने जैसे आपको बताया, अभी एक परंपरा रही है और हरियाणा और पंजाब कोई अलग नहीं है। हरियाणा पंजाब इस शुरू से इस परंपरा में जुड़े रहे हैं। जहाँ जिस स्थान पे हम रुके हुए हैं, इससे अगर 4 मील दूर चले जाएं तो वो एक गांव है बड़ खालसा में गुरु महाराज का शीश लेके थे। मुगलों की फौज ने उनका बड़ खालसा गांव में वो गए अंदर। लोगों ने पूछा क्या बात है कि गुरु महाराज का शीश लेके जा रहे हैं और पीछे मुगलों की फौज है। एक बुजुर्ग थे कि वो उन्होंने कहा गुरु महाराज का और मेरा तो एकदम से चेहरा मिलता, मेरा शीश उनको दे दो और गुरु महाराज का शीश उनको पहुंचाओ। गांव में किसी ने भी उनका शीश काटने से मना कर दिया था, तो अपने बेटे को उन्होंने आदेश दिया। उनके बेटे ने उनका शीश काट के मुगलों की फौज को दिया और फिर गुरु महाराज का शीश जो है वो वहां अमृतसर पहुंचाया गया था। ये वो क्षेत्र है। बाबा जीवन सिंह, ये वो क्षेत्र है जिस टाइम पे गुरु महाराज ने नांदेड़ से बंदा बहादुर को भेजा था। तो बंदा बहादुर के आने से पहले नारी गांव में रुके थे और बोल के गए थे कि मैं एक बंदा भेजूंगा, आपको उसकी मदद करनी है। बंदा बहादुर आके यही नारी गांव ज्यादा दूर नहीं है, यहाँ से 3-4 किलोमीटर पे यही आके बंदा बहादुर 3 महीने रुके थे। यहीं से वो फौज बनी थी जिसने सरहद के नवाब को मजबूत किया था, उनको बदला लिया था के पंजाब हरियाणा कोई अलग नहीं है। और सिंह की परंपरा में क्षेत्रों का रहा है। मैं होला मोहल्ला के इस मौके पे आप सबको बधाई देता हूँ और निश्चित वाहेगुरु जी का खालसा, वाहेगुरु जी की फतेह। वाहेगुरु जी का खालसा, श्री वाहेगुरु जी की फतेह। चरणजीत सिंह मीरी साहिब, सरदार चरणजीत सिंह मीरी साहिब 11,000 रुपए सेवा उठाई आई है। प्यार ਤੇ ਸਤਿਕਾਰ ਦੇ ਨਾਲ ਸ਼ਾਸਤਰ ਵਿਦਿਆ ਦਾ ਅਭਿਆਸ ਕਰਦੀਆਂ ਤੇ ਆਪਾਂ ਪਹਿਲੇ ਨਾ ਟਾਈਮ ਦੇਣਾ ਵਾਹਿਗੁਰੂ। ਸਿੰਘਾਂ ਨੂੰ ਬੇਨਤੀ ਹੈ ਸ਼ਾਸਤਰ ਵਿਦਿਆ ਪ੍ਰਦਰਸ਼ਨ ਕਰਨ। BSN ਬੈਠੋ ਜੀ, BSN ਵਾਲੇ BSN ਪਿੱਛੇ ਸੰਗਤਾਂ ਨੂੰ ਦਿਖ ਨਹੀਂ ਰਿਹਾ। ਸਿੰਘਾਂ ਨੂੰ ਬੇਨਤੀ BSN 'ਚ ਬੈਠ ਜਾਓ। BSN ਵਾਲੇ BSN ਜੀ ਗੋਡਾ ਥੱਲੇ ਲਾ ਦਿਓ ਜੀ, ਕਰ ਲਿਓ ਜੀ। ਵਾਹਿਗੁਰੂ ਜੀ ਅਖਾੜਾ ਖੁੱਲਾ ਕਰਨ ਦੀ ਬੇਨਤੀ ਹੈ। ਸੰਗਤਾਂ ਨੂੰ ਬੇਨਤੀ ਹੈ ਅਖਾੜਾ ਖੁੱਲਾ ਕਰ ਲਓ ਤਾਂ ਜੋ ਫਿਰ ਗੱਤਕੇ ਦੇ ਜੋਰ ਚੰਗੀ ਤਰ੍ਹਾਂ ਵਿਖਾਏ ਜਾ ਸਕਦੇ ਹੁਣ। ਅਖਾੜਾ ਖੋਲ ਦਿਓ ਜੀ, ਅਖਾੜਾ।
ਬਾਹਰ ਹੋ ਕੇ ਖੜਨ ਦੀ ਕਿਰਪਾਲਤਾ ਕਰੋ ਤਾਂ ਕਿ ਜਿਹੜੇ ਸ਼ਸਤਰ ਵਿਦਿਆ ਕਿਸੇ ਚੀਜ਼ ਦਾ ਨੁਕਸਾਨ ਨਾ ਹੋ ਸਕੇ। ਸੰਗਤਾਂ ਨੂੰ ਬੇਨਤੀ ਹੈ ਜਿਹੜੇ ਨਿਸ਼ਾਨ ਸਾਹਿਬ होली से अगले दिन निहंग सिंह जो कि गुरु गोविंद सिंह जी की लाडली मूर्ति वो होला मोहल्ला आयोजित करती है। रंग गुलाल लगाए जाते हैं। निहंग सेना अपनी कला का अपनी शक्ति का खिडारी सिंह को बेनती है ਨਿਸ਼ਾਨ ਸਾਹਿਬਾਂ ਨੂੰ ਬਾਹਰ ਇਸ਼ਾਰਾ ਕਰੋ ਜੀ ਬੇਨਤੀ ਹੈ। ਨਿਸ਼ਾਨ ਸਾਹਿਬ ਰਿਸਪੈਕਟ ਇੰਡੀਆ ਦੇ ਜਿਹੜੇ ਮੁੱਖ ਸੰਚਾਲਕ ਨੇ ਵੀਰ ਚਰਨਜੀਤ ਸਿੰਘ ਜੀ, ਉਹਨਾਂ ਨੇ ਅੱਜ ਇਸ ਸਮਾਗਮ ਦੀ ਜਿਹੜੀ ਸਟੇਜ ਦੀ ਸੰਚਾਲਕ ਹੈ ਉਹਦੇ ਵਾਸਤੇ 11,000 ਰੁਪਇਆ ਜੋ ਕਿ ਡੋਨੇਟ ਕੀਤਾ ਵਲੰਟੀਅਰ ਦੀਆਂ ਬੇਨਤੀ ਕੀਤੀ ਹੈ ਸੰਗਤਾਂ ਵਾਸਤੇ ਜਲ ਦਾ ਪ੍ਰਬੰਧ ਕਰ ਦਿਓ ਜੀ। ਮੈਂ ਬੇਨਤੀ ਜਲ ਲੈਣ ਦੀ ਕਿਰਪਾਲਤਾ ਕਰੋ ਜੀ। ਮੈਂ ਬੇਨਤੀ ਕਰਾਂ ਇੱਥੇ ਪਾਣੀ ਦੀ ਬੋਤਲਾਂ ਪਈਆਂ ਹੋਣੀਆਂ, ਪਾਣੀ ਦੀ ਬੋਤਲਾਂ ਖੋਲ੍ਹੋ ਜੀ। ਸਿੰਘ ਸਾਹਿਬ ਬੇਨਤੀ ਕਰਾਂਗਾ ਵੀ ਜਿਹੜੇ ਖਿਡਾਰੀ ਸਿੰਘ ਨੇ ਉਹ ਖਾੜੇ ਨੂੰ ਖੁੱਲ੍ਹਾ ਕਰਵਾਉਣ। ਪੈਂਚ ਦੇ ਨਾਲ ਹੀ ਖਾੜਾ ਖੁੱਲ੍ਹਾ ਕੀਤਾ ਜਾਵੇ, ਉਸ ਤਰ੍ਹਾਂ ਸੰਗਤ ਨੇ ਖਾੜਾ ਨਹੀਂ ਖੁੱਲ੍ਹਾ ਕਰਨਾ। ਪੈਂਚ ਦੇ ਨਾਲ ਹੀ ਖਾੜੇ ਨੂੰ ਖੁੱਲ੍ਹਾ ਕੀਤਾ ਜਾਵੇ। ਜਿਤਨੇ ਵੀ ਸਰਕਾਰ ਦੇ ਰੂਹ ਇੱਥੇ ਹੋਲੇ ਮਹੱਲੇ ਵਾਸਤੇ ਦਰਸ਼ਨ ਦਿਦਾਰੇ ਕਰਨ ਆਈਆਂ ਉਹਨਾਂ ਨੂੰ ਬੇਨਤੀ ਆ ਕਿ ਥੋੜ੍ਹਾ ਜਿਹਾ ਖਾੜਾ ਜਿਹੜਾ ਤੁਸੀਂ ਸੂਝਵਾਨ ਹੋ, ਪੜ੍ਹੇ ਲਿਖੇ ਹੋ, ਥੋੜ੍ਹਾ ਜਿਹਾ ਖਾੜਾ ਜਿਹੜਾ ਇਹਨੂੰ ਖੁੱਲ੍ਹਾ ਕੀਤਾ ਜਾਵੇ ਤਾਂ ਕਿ ਜਿਹੜੇ ਖਿਡਾਰੀਆਂ ਨੂੰ ਖੇਡਣ ਸਮੇਂ ਕੋਈ ਵੀ ਕਿੱਲਤ ਨਾ ਆਵੇ। ਵਾਹ ਜੀ ਵਾਹ, ਵਾਹ ਜੀ ਵਾਹ। ਆਹ ਬੱਲਾ ਪਚੰਨ ਮੌਜ ਨੇ ਭਾਗ ਲਗਾਇਆ। ਇਹ ਫਤਿਹ ਸਿੰਘ ਦੇ ਜੱਗੇ ਸਿੰਘ ਨਾਲ ਫਤਿਹ ਸਿੰਘ ਦੀ ਫੌਜ ਨੇ ਫਤਿਹ ਸਿੰਘ ਦੀ ਪਚੰਨ ਫੌਜ। ਮੈਂ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਵੀ ਥੋੜਾ ਖਾੜਾ ਜਿਹੜਾ ਖੁੱਲ੍ਹਾ ਕੀਤਾ ਜਾਵੇ ਤਾਂ ਕਿ ਖੇਡਣ ਵਾਲੇ ਨੂੰ ਵੀ ਆਨੰਦ ਆਵੇ ਤੇ ਦਰਸ਼ਨ ਕਰਨ ਵਾਲਿਆਂ ਨੂੰ ਵੀ ਆਨੰਦ ਆਵੇ। ਜਿਹੜੇ ਖਿਡਾਰੀ ਸਿੰਘਾਂ ਦੇ ਇੰਸਟ੍ਰਕਟਰ ਨੇ ਗੁਰੂ ਅਜਮੇਰ ਸਿੰਘ ਜੀ ਅਜਮੇਰ ਸਿੰਘ ਜੀ ਖਾਲਸਾ ਜਿਹੜੇ ਉਹਨਾਂ ਨੂੰ ਬੇਨਤੀ ਆ ਕਿ ਉਹ ਆਪਣੇ ਜਿਹੜਾ ਖਾੜੇ ਨੂੰ ਖੁੱਲ੍ਹਾ ਕੀਤਾ ਜਾਵੇ। ਸਾਡੇ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦੇ ਪਿਤਾ ਜੀ ਇੱਥੇ ਬ੍ਰਾਹਮਣ ਹਨ ਜੀ। ਜਗਾਰਾ ਜਦੋਂ ਸ਼ਹੀਦ ਸੀ ਉਹਦੇ ਪਾਲਣ ਤੇ ਚਰਨਾਂ ਨੂੰ ਅਖਾੜਾ ਖੋਲ ਕੇ ਵਾਜੋ। ਮਿਊਜ਼ਿਕ ਲਾ ਦਿੱਤਾ ਜਾਵੇ। ਮਿਊਜ਼ਿਕ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ। ਸਿੰਧੀ ਨੂੰ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ, ਥੱਲੇ ਬੈਠਣ ਦੀ ਕਿਰਪਾਲਤਾ ਕਰੋ ਜੀ। ਪਿੱਛੇ ਵਾਲੀ ਸੰਗਤ ਨੂੰ ਦੇਖੋ ਜੀ, ਥੱਲੇ ਬੈਠਣ ਦੀ ਕਿਰਪਾਲਤਾ ਕਰੋ ਜੀ। ਜਿਤਨੀ ਵੀ ਸੰਗਤ ਰਸੋਈ ਢਾਬੇ ਤੋਂ ਇਸ ਸਮਾਗਮ ਦੇ ਵਿੱਚ ਪਹੁੰਚੀ ਆ, ਉਹਨਾਂ ਨੇ ਸਿੰਘਾਂ ਦਾ ਮਾਨ ਸਨਮਾਨ, ਵਿੱਤੀ ਸਹਾਇਤਾ ਜਿਹੜੀ ਆ ਬਹੁਤ ਖੁੱਲ੍ਹੇ ਹੌਸਲੇ ਨਾਲ ਭੇਜੀ ਆ। ਉਹਨਾਂ ਦਾ ਸਟੇਜ ਵੱਲੋਂ ਤੇ ਨਿਹੰਗ ਸਿੰਘ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਬਾਬਾ ਗੁਰਸੇਵਕ ਸਿੰਘ ਜੀ ਖਾੜਾ ਖੁੱਲਾ ਕਰਾਓ। ਤੁਸੀਂ ਤਾਂ ਜਥੇਬੰਦੀ ਦੇ ਮੁਖੀ ਏ, ਆ ਖਾੜਾ ਖੁੱਲਾ ਕਰਾਓ। ਖਾੜਾ ਖੁੱਲਾ ਹੀ ਸਾਰੇ ਅੰਦਰ ਕਿਧਰੇ ਪਿਆਗਾ। ਦੋ ਸਿੰਘਾਂ ਨੂੰ ਬੇਨਤੀ ਹੈ ਡਾਂਗ ਲੈ ਕੇ ਡਾਂਗ ਦੋ ਸਿੰਘਾਂ ਨੂੰ ਬੇਨਤੀ ਹੈ ਜੀ। ਡਾਂਗ ਨਹੀਂ ਗਿਆ ਤਾਂ ਡਾਂਗ ਨਹੀਂ ਨਾਲੇ ਘੇਰਾ ਖੁੱਲ ਜਾਓ। ਡਾਂਗ ਨਹੀਂ ਗਿਆ ਲਾਓ ਜੀ ਹੱਲੇ ਨੇ। ਕਿਉਂਕਿ ਬਾਕੀ ਸਾਰੀਆਂ ਸੰਗਤਾਂ ਵੇਖ ਸਕਣ ਕਿ ਉਹੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ 26 ਜਨਵਰੀ ਨੂੰ ਸਾਰੇ ਬੈਰੀਕੇਡ ਘੋੜਿਆਂ ਦੇ ਨਾਲ ਤੇ ਨੇਜਿਆਂ ਦੇ ਨਾਲ ਲਾਂਭੇ ਕਰਕੇ ਤੁਹਾਨੂੰ ਲੈ ਕੇ ਆਏ ਸੀਗੇ। ਸਾਰੇ ਇਹੀ ਝੰਡੇ ਜਥੇਬੰਦੀਆਂ ਨੇ।
ਕੈਨੇਡਾ ਦਾ ਬਾਬਾ ਮੁਖਤਿਆਰ ਸਿੰਘ ਉਹਨਾਂ ਜੀ ਨੇ ਬਾਬਾ ਜੀ ਇਹਨਾਂ ਦੇ ਸਹਿਯੋਗ ਦੇ ਵਾਸਤੇ। ਸੋ ਇਹਨਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਪਰ ਸਾਨੂੰ ਬਹੁਤ ਜ਼ਿਆਦਾ ਮਾਣ ਹੈ। ਜਿਹੜੇ ਵੀਰਾਂ ਦੇ ਤੁਸੀਂ ਗੱਤਕੇ ਵੇਖ ਰਹੇ ਹੋ, ਇਹ ਸਾਰੇ ਵੀਰ ਬਹੁਤ ਸਾਰੇ ਕਾਲਜਾਂ ਯੂਨੀਵਰਸਿਟੀਆਂ ਦੇ ਸਟੂਡੈਂਟ ਵੀ ਨੇ ਜਿਹੜੇ ਗੱਤਕੇ ਖਾੜੇ ਨੇ। ਇਹਨਾਂ ਨੇ ਸ਼ਸਤਰ ਵਿੱਦਿਆ ਦੇ ਉੱਪਰ ਬਹੁਤ ਸਾਰੇ ਸੈਮੀਨਾਰ ਵੀ ਕੀਤੇ ਨੇ ਔਰ ਮੈਨੂੰ ਉਹਨਾਂ 'ਚ ਜਾਣ ਦਾ ਮੌਕਾ ਵੀ ਮਿਲਿਆ ਤੇ ਤੁਹਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਇਹਨਾਂ ਨੂੰ ਵੇਖ ਰਹੇ ਹੋ। ਸਭ ਤੋਂ ਵੱਡੀ ਗੱਲ ਕਿ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਇਹ ਦੀਪ ਸਿੰਘ ਦੇ ਹੱਕ 'ਚ ਵੀ ਡਟ ਕੇ ਖੜੀਆਂ ਸੀਗੀਆਂ। ਸਭ ਤੋਂ ਵੱਧ ਸਾਨੂੰ ਇਹਨਾਂ ਨੇ ਸਾਥ ਦਿੱਤਾ। ਸਮਾਚਾਰ ਸੰਗਤਾਂ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਆਨੇ ਕਿਸੇ ਦਾ ਵੀ ਬੇਨਤੀ ਹੈ ਕਿ ਖਾਲਾ ਖੁੱਲਾ ਕਰਾ ਦਿਓ, ਖਾਲਾ ਖੁੱਲਾ ਕਰਾ ਦਿਓ। ਜਾਂ ਕਿਸੇ ਫੌਜਾਂ ਨੂੰ ਬੇਨਤੀ ਹੈ ਖਾਲਾ ਖੁੱਲਾ ਕਰਾ ਦਿਓ। ਖਾੜਾ ਖੁੱਲਾ ਕਰਕੇ ਬੇਨਤੀ ਹੈ ਸਿੰਘਾਂ ਨੂੰ, ਇੱਧਰ ਹੀ ਕਹਿਣਾ ਹੈ ਕਿ ਸਿੰਘਾਂ ਨੂੰ ਕੌਣ ਕਰਾਓ ਖਾਲਾ ਖੁੱਲਾ, ਖਾਲਾ ਖੁੱਲਾ ਕਰਕੇ ਆਪਾਂ ਸ਼ਾਂਤੀ ਦੇ ਨਾਲ ਇੰਨੇ ਦਿਨ ਬੈਠੇ ਰੌਲਾ ਪਾਉਂਦੇ ਹੋਏ ਸਰਕਾਰ ਨਹੀਂ ਮੰਨਦੀ, ਉਹ ਵੀ ਧੱਕੇ ਨਾਲ ਮਨਾਉਣੀ ਪੈਣੀ ਹੈ। ਤੇ ਇਹ ਵੀ ਲੋਕ ਜਿਹੜੇ ਸਾਡੇ ਖੜਾ ਖੋਲ ਕੇ ਖੜਨਾ ਪਿਆ, ਖੜਾ ਖੋਲ ਕੇ ਬਿਲਕੁਲ ਪਿਆਰ ਸਰਕਾਰ ਦੇ ਨਾਲ ਦਿਖਾ ਦੇ ਪਿੱਛੇ ਕਰਦੇ ਉਹਨਾਂ ਨੂੰ। ਹੁਣ ਸ਼ਾਂਤੀ ਦੇ ਨਾਲ ਗੱਲ ਨਹੀਂ ਬਣਦੀ। ਹੁਣ ਤੁਸੀਂ ਆਪਣਾ ਜਾਦੂ ਦਿਖਾਓ, ਖਾਲਸਾ ਫੌਜ ਵਾਲਾ ਆਪੀ ਪਿੱਛੇ ਘੇਰਾ ਖੋਲ ਕੇ ਅੱਜ ਟਰੈਕਟਰਾਂ ਵਾਲੇ ਵੀਰ ਨੇ ਥੋੜੇ ਟਰੈਕਟਰ ਵੀ ਪਿੱਛੇ ਕਰ ਲੈਣ। ਖਾਲਾ ਖੁੱਲਾ ਕਰ ਦਿਓ ਤਾਂ ਕਿ ਸਾਰੀ ਸੰਗਤ ਬਹੁਤ ਆਰਾਮ ਦੇ ਨਾਲ ਦਰਸ਼ਨ ਕਰ ਸਕੇ। ਖਾਲਸਾ ਪਿੱਛੇ ਖਾਲਸਾ ਪਿੱਛੇ ਆਓ। ਖਾਲਸਾ ਮੇਰਾ ਰੂਪ ਹੈ ਖਾਲਸੇ ਵਾ ਕਰੂਲੇ ਵਾਸ ਖਾਲਸਾ ਮੇਰੇ ਪਿੱਛੇ ਸਿੱਖ ਮੇਰਾ ਉਹ ਸਾਹਿਬ ਦਾ ਉਸਤਾ ਤੇਰਾ ਰਾਤ ਬਿਨਾ ਕਈ ਸਿੱਖ ਕਹਾਵਾ ਰਾਤ ਬਿਨਾ ਦਸ ਚੋਟਾ ਖਾਵਾ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਰ ਦਿਓ ਮੈਂ ਸਾਰਾ। ਇਹ ਗੁਰੂ ਖਾਲਸਾ ਪੰਥ ਇਹ ਹੈ ਦਾਦਾ ਵਾਲੇ ਨੇ ਪੈਦਾ ਕੀਤਾ ਹੋਇਆ। 1699 ਦੀ ਵਿਸਾਖੀ ਨੂੰ ਸਤਿਗੁਰਾਂ ਨੇ ਖਾਲਸਾ ਪੰਥ ਸਾਜਨਾ ਕੀਤੀ ਅਤੇ ਉਸ ਵੇਲੇ ਵੀ ਜ਼ੁਲਮ ਦੀਆਂ ਜੜਾਂ ਪੱਟੀਆਂ। ਸਭ ਤੋਂ ਵੱਡੇ ਕ੍ਰਾਂਤੀਕਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡਾ, ਜਿਨ੍ਹਾਂ ਨੇ ਉਸ ਵੇਲੇ ਦੀ ਕ੍ਰਾਂਤੀ ਲਿਆਂਦੀ। ਜਿਹੜੇ ਕਹਿੰਦੇ ਸੀ ਔਰੰਗਜ਼ੇਬ ਵਰਗੇ ਅਸੀਂ ਸਾਰਿਆਂ ਤੋਂ ਕੋਈ ਮੁਸਲਮਾਨ ਇਸਲਾਮ ਦਾ ਸਾਰੇ ਖਤਮ ਕਰ ਦੇਣੇ ਆ। ਉਹ ਸਤਿਗੁਰਾਂ ਨੇ ਐਸਾ ਬਲੀਦਾਨ ਦਿੱਤਾ, ਐਸਾ ਸਤਿਗੁਰਾਂ ਨੇ ਕਿਰਪਾ ਕੀਤੀ। ਖਾਲਸਾ ਸਥਾਪਨਾ ਕਰ ਦਿੱਤੀ। ਇਹ ਖਾਲਸਾ ਪੰਥ ਬਾਦਿਆਂ ਵਾਲੇ ਦਾ ਸਾਜਿਆ ਇਹ ਖਾਲਸਾ ਪੰਥ ਆ। ਦੇਖੋ ਕਿਸ ਤਰ੍ਹਾਂ ਪੁਰਾਣੀਆਂ ਜੰਗ ਜੂ ਬਾਜੀ ਖਾੜਾ ਖੋਲ ਦਿੱਤਾ ਜਾਵੇ, ਬੇਨਤੀ ਹੈ ਜੀ, ਖਾੜਾ ਖੋਲ ਦਿੱਤਾ ਜਾਵੇ। ਸਾਰੀਆਂ ਨਿਹੰਗ ਸਿੰਘ ਫੌਜਾਂ ਨਾਲੇ ਖੇਡੋ ਜੀ ਜਿਹੜੀ ਟੀਮ ਨੇ ਸਹਿਯੋਗ ਤੇ ਲੋਕ ਖਾੜਾ ਖੋਲ ਦਿੱਤਾ ਜਾਵੇ ਪਿੱਛੇ ਹੋ ਕੇ। ਸਾਡੇ ਹਨ ਚਾਹੇ ਬੇਨਤੀ ਹੈ ਜੀ ਪਿੱਛੇ ਹੋ ਕੇ ਨਿਹਾਲ ਕਰਕੇ ਖੇਡੋ ਵੀਰੇ, ਸਾਰਿਆਂ ਨੂੰ ਤੌਰ ਤੇ ਖੋਲ ਕੇ ਹਮਾਇਤ ਕਰ ਪਿੱਛੇ ਹੋ ਕੇ ਨਾਲ ਇੱਕ ਦੀਪ ਸਿੱਧੂ ਦੇ ਨਾਮ ਦਾ ਸਾਰੇ ਜਕਾਰਾ ਛੱਡੋ। ਜਕਾਰੇ ਵਜਾਏ ਮਤੇ ਪਾਵੇ ਨਾ ਪੰਜਾਬ ਦੇ ਵਿੱਚ ਅਸੀਂ ਜਿਹੜਾ ਨੌਜਵਾਨਾਂ ਦਾ ਹੋਵੇਗਾ ਨਾ ਉੱਥੇ ਕਾਂਗਰਸ ਰਹਿਣੀ ਹੈ 2022 ਦੀਆਂ ਚੋਣਾਂ ਦੇ ਵਿੱਚ, ਨਾ ਬਾਦਲ ਰਹਿਣਾ, ਨਾ ਬੀਜੇਪੀ ਰਹਿਣੀ ਹੈ, ਨਾ ਆਪ ਪਾਰਟੀ ਰਹਿਣੀ ਹੈ। ਸਾਡੀ ਮਜ਼ਦੂਰਾਂ ਦੇ ਨੌਜਵਾਨ ਅਸੀਂ ਜਿਹੜੇ ਸਾਡੇ ਉੱਤੇ ਇਹਨਾਂ ਨੂੰ ਤੀਸਰੇ ਫਰੰਟ ਤੇ ਖੜਾ ਕਰਾਂਗੇ। ਅਸੀਂ 6 ਜੂਨ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੀ ਚੋਣਾਂ ਲੜਨੀਆਂ ਨੇ, ਉਹਦੇ ਵਿੱਚ ਵੀ ਖਾਲਸਾ ਪੰਥ ਆਊਗਾ ਅਤੇ ਇਹਨਾਂ ਨੂੰ ਉੱਥੋਂ ਮਸੰਦਾਂ ਨੂੰ ਕੱਢਾਂਗੇ। ਨਾਲ ਹੀ 2022 ਦੀਆਂ ਚੋਣਾਂ ਲੜ ਕੇ ਅਸੀਂ ਆ ਪੰਜਾਬ ਦੇ ਕਿਸਾਨਾਂ ਦੀ ਸਰਕਾਰ ਬੇਨਤੀ ਅਸੀਂ ਖਾੜਾ ਤਾਂ ਸ਼ੁਰੂ ਕਰਾਂਗੇ ਜੇ ਖਾੜਾ ਖੋਲੋਗੇ। ਨਾਲੇ ਉਹੀ ਬੰਦੇ ਅੱਗੇ ਆਉਣ ਕੀ ਕਹਿੰਦੇ ਸ਼ਸਤਰ ਚੱਕੋ। ਜਿਹੜੀਆਂ 2024 ਦੇ ਵਿੱਚ ਇਲੈਕਸ਼ਨ ਹੋਣੀਆਂ ਆ ਮੋਦੀ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਭਾਊਗਾ ਲਾਸਟ ਪ੍ਰਧਾਨ ਮੰਤਰੀ ਆ। ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਬਣਨਾ ਇਹ ਸਾਡਾ ਕਿਸਾਨ ਪ੍ਰਧਾਨ ਮੰਤਰੀ ਬਣਨਾ ਹੈ। ਉਹ ਭਾਰਤ ਦਾ ਪ੍ਰਧਾਨ ਮੰਤਰੀ ਕਿਸਾਨ ਹੋਵੇਗਾ, ਮਜ਼ਦੂਰ ਹੋਵੇਗਾ। ਹੋਰ ਇੱਥੇ ਨਾ ਕਾਂਗਰਸ ਆਊਗੀ ਨਾ ਬੀਜੇਪੀ ਆਊਗੀ, ਇੱਥੇ ਕਿਸਾਨ ਹੀ ਗੱਜਣਗੇ। ਸਾਡੇ ਕੋਲ ਟਕੈ ਸਾਹਿਬ ਇਹੋ ਜਿਹੇ ਆਗੂ ਚਾਹੀਦੇ ਨੇ ਸਾਨੂੰ ਜਿਹੜੇ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ।
ਪਹਿਲਾਂ ਬਾਬਾ ਜੀ ਮੋਗੇ ਵਾਲੀ ਟੀਮ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਅਸੀਂ ਸਾਰੇ ਡਟ ਕੇ ਨੌਜਵਾਨਾਂ ਦੇ ਨਾਲ ਖੜੇ ਆ। ਸਾਨੂੰ ਆਗੂਆਂ ਨੇ ਬੇਨਤੀ ਕਰਦੇ ਆ ਪਟਿਆਲਾ ਸਾਹਿਬ ਨੂੰ ਕਿ ਐਸਾ ਤੁਸੀਂ ਪ੍ਰੋਗਰਾਮ ਦਿਓ ਕਰਨਾ। ਆ ਨਿਹੰਗ ਸਿੰਘ ਫੌਜਾਂ ਤੁਹਾਡੇ ਨਾਲ ਨੇ, ਚਲੋ ਦਿੱਲੀ ਨੂੰ ਚੱਲੀਏ, ਅਸੀਂ ਸਾਥ ਦੇ ਨਾਲ ਸੱਚ ਲੈ ਕੇ ਤੁਹਾਡੇ ਨਾਲ ਹੈ। ਜੋ ਸਾਨੂੰ ਪ੍ਰੋਗਰਾਮ ਦੇਵਾਂਗੇ ਤੁਹਾਡੇ ਨਾਲ ਕਰਾਂਗੇ। ਸਾਨੂੰ ਤੁਹਾਡੇ ਨੂੰ ਸਾਥੋਂ ਤੁਹਾਡੇ ਤੇ ਮਾਣ ਹੈ। ਅਸੀਂ ਤੁਹਾਡੀ ਚੜ੍ਹਦੀ ਕਲਾ ਦੇ ਵਿੱਚ ਅਰਦਾਸਾਂ ਕਰਦੇ ਹਾਂ ਕਿ ਇਹੋ ਜਿਹੇ ਸਾਨੂੰ ਆਗੂ ਮਿਲੇ ਨੇ। ਹਾਂ, ਇਹ ਕਿਸਾਨਾਂ ਨੂੰ ਅਤੇ ਸੰਯੁਕਤ ਮੋਰਚਾ ਨੂੰ ਬੇਨਤੀ ਕਰਦੇ ਆ ਕਿ ਮੂਹਰੇ ਹੋ ਕੇ ਤਕੜੇ ਹੋ ਕੇ ਐਸੇ ਮੋਦੀ ਦੇ ਨੱਕ ਦੇ ਵਿੱਚ ਦਮ ਲਿਆ ਦੋ ਕਿ ਮੋਦੀ ਇੱਥੇ ਭਾਰਤ ਛੱਡ ਗਿਆ ਤੇ ਵਿਦੇਸ਼ ਨੂੰ ਭੱਜ ਜਾਵੇ। ਇੱਥੇ ਕਿਸਾਨਾਂ ਦੀ ਗੱਲ ਹੋਵੇ। ਬਾਕੀ ਟੀਮ ਸਾਰੀਆਂ ਸਿੱਟ ਤੇ ਆ ਜਾਣਾ। ਬਾਕੀ ਟੀਮ ਸਾਰੀ ਪਿੱਛੇ ਆ ਜਾਵੇ। ਜਿਹੜੀ ਮੋਗੇ ਤੋਂ ਟੀਮ ਆਈ ਆ ਖੱਟੇ ਡਰੈਸ ਵਿੱਚ ਮੋਗੇ ਤੋਂ ਟੀਮ ਉਹੀ ਖੇਡੂਗੀ। ਬਾਕੀ ਸਾਰੀ ਟੀਮਾਂ ਰੁਕ ਜਾਓ ਭਾਈ। ਆ ਜਹੇਦਾਰਾਂ ਦੇ ਫਤਿਹਨਾਮਾ ਲੈਣ ਤੋਂ ਬਾਅਦ ਮੋਗੇ ਵਾਲੀ ਟੀਮ आज का तो प्रोग्राम है, अपना प्रोग्राम देखो। अरे ये तो लड़ाई तो चलती रहेगी यार, लड़ाई घट होनी है। लड़ाई तो देखो देश की आजादी में 90 वर्ष लड़ाई चली, तो अभी तो लड़ाई शुरू हुई है। अभी ये तो चलेगी, हाँ चलती रहेगी, कोई दिक्कत नहीं। ਮੋਗੇ ਵਾਲੀ ਟੀਮ ਨੂੰ ਬੇਨਤੀ ਹੈ ਜੀ, हाँ चलती रहेगी, ये तो कोई ਪ੍ਰਦਰਸ਼ਨ ਦਿਖਾਓ ਜੀ ਆਪਣਾ। ਵਾਹ ਜੀ ਵਾਹ, कोई दिक्कत नहीं है। ये तो सरकार से बाकी- लड़ाई है, बाकी बुद्धू सिंह पर को लड़ाई है, बेनती ये है। चलती रहेगी। ਬਾਕੀ ਸਿੰਘਾਂ ਨੂੰ ਬੇਨਤੀ ਹੈ ਜੀ, थोड़ा सा छीन ਮੋਗੇ ਵਾਲੇ ਵੀਰਾਂ ਨੂੰ ਖੇਲਣ ਦਾ ਮੌਕਾ ਦਿਓ ਜੀ। ਉਸ ਤੋਂ ਬਾਅਦ ਟਾਂਡੇ ਵਾਲੀ ਟੀਮ ਤਿਆਰ ਹੋਵੇ ਜੀ। ਵਾਹ ਜੀ ਵਾਹ, ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿੰਨਾ ਜੁੜ ਬੈਠਿਆ ਪੰਥ ਖਾਲਸਾ, ਸਾਰੀ ਸਾਧ ਸੰਗਤ, ਸਾਰੇ ਪੰਥਕ ਜਥੇਬੰਦੀਆਂ ਦੇ ਮੁਖੀ ਮਿਊਜ਼ਿਕ ਵੀਰਾਂ ਨੂੰ ਬੇਨਤੀ ਹੈ ਜੀ ਕਿ ਮਿਊਜ਼ਿਕ ਲਾਇਆ ਜਾਵੇ। ਵੀ ਖਾਲਸਾ ਪੰਥ ਵੱਲੋਂ ਇੱਥੇ ਵਿਸਾਖੀ ਜਦੋਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਸਜਾਇਆ, ਜਦੋਂ ਖਾਲਸੇ ਦਾ ਜਨਮ ਦਿਹਾੜਾ ਅਨੰਦਪੁਰ ਸਾਹਿਬ ਵਿਸਾਖੀ ਦੇ ਦਿਹਾੜੇ ਤੇ ਮਨਾਇਆ ਗਿਆ। ਇਸ ਕਰਕੇ ਖਾਲਸਾ ਪੰਥ ਵੱਲੋਂ ਵਿਸਾਖੀ ਦਾ ਦਿਹਾੜਾ ਵੀ ਇੱਥੇ ਹੀ ਸਿੰਘੂ ਬਾਰਡਰ ਤੇ ਮਨਾਇਆ ਜਾਏਗਾ। ਸਾਰੀ ਸਾਧ ਸੰਗਤ ਨੂੰ ਇਸ ਜੋੜ ਮੇਲੇ ਦੀ ਮਿਊਜ਼ਿਕ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਮਿਊਜ਼ਿਕ ਚਲਾ ਦਿੱਤਾ ਜਾਵੇ। ਕੀਤੀ ਜਾਂਦੀ। ਬਾਬਾ ਕਿਰਪਾਲ ਸਿੰਘ ਜੀ ਚਾਹੇ ਕਿਰਪਾਲ ਖਾੜਾ ਖੁੱਲਾ ਕਰਾਓ, ਉਹ ਮੋਗੇ ਦੀ ਟੀਮ ਨੂੰ ਲਾਓ ਮੜਾ ਜਾ ਖਾੜਾ ਖੁੱਲਾ ਕਰਾ ਦੇ। ਆਪ ਖਾੜਾ ਖੁੱਲਾ ਕਰਾਓ, ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਮੁਖੀ ਦਲਾ ਦੇ ਪੂਰਾ ਖਾੜਾ ਖੁੱਲਾ ਕਰਾ ਦਿਓ ਯਾਰ। ਘੋੜੇ ਦੇ ਜਹੇਦਾਰ ਦੇ ਤੁਸੀਂ ਕਿਰਪਾਲ ਸਿੰਘ ਜਹੇਦਾਰ। ਬਾਬਾ ਜੀ ਜਿਹੜੀ ਟੀਮ ਨੇ ਖੇਡਣਾ ਸਿਰਫ ਉਹੀ ਅੱਗੇ ਆਵੇ, ਬਾਕੀ ਆਪਣੀ ਪੋਜੀਸ਼ਨ ਪਿੱਛੇ ਲੈ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿੱਥੇ ਰਕੇਸ਼ ਜੀ ਦਾ ਧੰਨਵਾਦ ਕਰਦੇ ਹਾਂ, ਉੱਥੇ ਸਾਡੀ ਭੈਣ ਜੀ ਆ ਸਤਿਕਾਰ ਦੇ, ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਅੱਜ ਤੇ ਸਤਿਕਾਰ ਗੁਰੂ ਘਰ ਦੇ ਵੱਲੋਂ। ਚਲੋ ਮੋਗੇ ਵਾਲੀ ਟੀਮ ਭਾਈ ਇੱਥੇ ਸਾਡੇ ਮਨੋਜ ਜੀ ਹਰਿਆਣੇ ਦੇ, ਉਹ ਵੀ ਪ੍ਰਧਾਨ ਸਾਹਿਬ ਨੇ। ਛੋਟੇ ਛੋਟੇ ਉਹਨਾਂ ਦਾ ਵੀ ਅੱਜ ਤੇ ਸਤਿਕਾਰ ਦਿਲੋਂ। ਉਹ ਦਿਲ ਦੀਆਂ ਘਰਾਨਾਂ ਵਿੱਚੋਂ ਕੁਝ ਗੱਲਾਂ ਇੱਥੇ ਪੰਥ ਖਾਲਸੇ ਦੇ ਅੱਜ ਹੋਲਾ ਮਹੱਲਾ ਸਮਾਂ ਲੈਣਗੇ। ਕੁਝ ਇਸ ਪੰਥ ਖਾਲਸੇ ਵਾਸਤੇ ਤੋਂ ਵਿਚਾਰਾ ਕਰਨਗੇ। 2 ਮਿੰਟ ਵਾਸਤੇ ਸਮਾਂ ਲੈਣਗੇ ਜੀ। ਆ ਜਿਹੜਾ ਮਿਊਜ਼ਿਕ 2 ਮਿੰਟ ਬੰਦ ਕਰ ਦਿਓ, ਨਾਲ ਬਚਨ ਵੀ ਚੱਲਣੇ ਜੀ। ਥੋੜਾ ਮਿਊਜ਼ਿਕ ਬੰਦ ਕਰ ਦਿਓ। ਬਾਬਾ ਜੀ ਜੋੜੀ ਹੁਣ ਆਗੂ ਸਾਹਿਬਾਨਾਂ ਦੇ ਬਚਨ ਵੀ ਸੁਣਨੇ ਨੇ। आप मारे हुए मेरे को छुआ, फिर मेरे को था दूसरी तरह को मैं था डिस्प्ले में समझ नहीं रहा किसी ने नहीं चलना है। टीमा टीमा खेडनिया ਲਾ ਦਿਓ ਮਿਊਜ਼ਿਕ, ਲਾ ਦਿਓ ਜੀ। चलो मोगे वाली टीम ਬਾਹਰ ਖੋਲ ਕਰਕੇ ਪਤਾ ਮਿਊਜ਼ਿਕ ਦੀ ਵਾਈ ਖੋਲ ਦਈ। ਕੀ ਬਾਤ ਹੈ। ਲੋਕਾਂ
से हटन के जब रट्टी रोटियां आवेगी फुर्ती के साथ ऐसे ऐसे करतब और ऐसी कला और ऐसा अभ्यास जो है पुराने समय ਸੰਗਤਾਂ ਨੂੰ ਬੇਨਤੀ ਹੈ ਜੇ ਕਿਸੇ ਨੇ ਭਾਈ ਲੰਗਰ ਛਕਣਾ ਹੋਵੇ ਹੈਲੋ ਲੰਗਰ ਟਰਾਲੀਆਂ ਦੇ ਵਿੱਚ ਚੱਲ ਰਿਹਾ ਛਕ ਸਕਦੇ ਹੋ ਟਰਾਲੀਆਂ ਦੇ ਵਿੱਚ ਲੰਗਰ ਹੈ ਜੇ ਕਿਸੇ ਨੂੰ ਚਾਹਵਾਨ ਹੈ ਛਕਣ ਦਾ ਛਕ ਸਕਦੇ ਹੋ ਟਰਾਲੀਆਂ ਦੇ ਵਿੱਚ ਜਥੇਦਾਰ ਮੰਗਾ ਸਿੰਘ ਜੀ ਲੁਧਿਆਣੇ ਤੋਂ ਜਥੇਦਾਰ ਬਾਪੂ ਸਿੰਘ ਨਾਮ ਸਿੰਘ ਜੀ ਉਹ ਸਾਰੇ ਆਏ ਹੋਏ ਵੀਰ ਜੀ ਬਾਕੀ ਸਾਰੇ ਪਿੱਛੇ ਅਵਿੰਦਰ ਸਿੰਘ ਜੀ ਬੈਲਜੀਅਮ ਜਥੇਦਾਰ ਚਰਨਜੀਤ ਸਿੰਘ ਸਪੈਦੋ ਵਾਲੇ ਬਾਬਾ ਪੂਰਨ ਸਿੰਘ ਬੁੱਢਾ ਦਾ ਸਾਰਿਆਂ ਦਾ ਧੰਨਵਾਦ ਜੀ ਇੱਥੇ ਪਹੁੰਚਣ ਲਈ ਸਾਡੇ ਕੋਲ ਮਨੋਜ ਦੋਹਨ ਜੀ ਆਏ ਹੋਏ ਨੇ ਉਹ 2 ਮਿੰਟ ਆਪ ਜੀ ਨਾਲ ਵਿਚਾਰ ਕਰਨਗੇ वाहेगुरु जी का खालसा वाहेगुरु जी की फतेह। साध संगत जी, आज होला मोहल्ला का जो प्रोग्राम यहाँ हरियाणा की धरती के ऊपर जो मनाया जा रहा है, इसकी वजह से हेलो वाहिगुरु जी सारी फिर अपनी बैठे पिछले किसाना वीरों को नहीं दिखता वाहिगुरु जी अपनी फिर सारी बैठे। हमें भी ये जानने का मौका मिला हरियाणा के लोगों को कि होला मोहल्ला का प्रोग्राम सिख किस तरीके से सेलिब्रेट करते हैं, और मैं आप सब लोगों को, सब भाइयों को ये बताना चाहता हूँ कि हरियाणा के हम लोग भी अब सिक्खी की तरफ बढ़ रहे हैं। और आप देखेंगे कि ये जो गुरु नानक देव जी की लीला जो चल रही है, इसकी वजह से पूरा हरियाणा जो है अब सिख बनेगा और पूरा हरियाणा सिक्खी के रास्ते पर चलेगा। और जो 3% लोग हैं जो आज इस देश को बंधक बनाए हुए हैं, जो 3% आज इस देश में ब्राह्मणवादी शक्तियां हैं, उन ब्राह्मणवादी शक्तियों को हम लोग मिलकर आपस में जो है नाको चने चबवा देंगे। किसान आगू भी आज होली मना रहे हैं नाल संगत दे। जंगवीर सिंह भाजी ते मुकेश भाजी ने ਦੋਹਨ ਜੀ ਜਿਹੜੇ ਹਰਿਆਣੇ ਦੇ ਜਾਟ ਹਨ, ਇਹਨਾਂ ਨੇ ਜਦੋਂ ਸਿੱਖੀ ਬਾਰੇ ਪੜ੍ਹਿਆ ਇਹ ਸਰਦਾਰ ਬਣ ਕੇ ਦਾੜਾ ਕੇ ਰੱਖ ਰਿਹਾ, ਦਸਤਾਰ ਸਜਾਉਂਦੇ ਨੇ। ਇਹ ਹਰਿਆਣੇ ਦੇ ਜਾਟ ਹਨ, ਦੋਹਨ ਖਾਪ ਦੇ ਵਿੱਚੋਂ। ਇਹ ਸਾਰੇ ਹੁਣ ਅੰਮ੍ਰਿਤ ਛਕਣਗੇ, ਤਿਆਰ ਬਰ ਤਿਆਰ ਨੇ। ਮੈਂ ਬੇਨਤੀ ਕਰੂੰਗਾ ਖੁੱਲਾ ਖਾਲਾ ਕਰ ਦਿਓ, ਨਾਲੇ
ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਖਾਲਸਾ ਪੰਥ ਦਾ ਸਿਰਜਣਾ ਦਿਵਸ ਮੂਹਰੇ ਆ ਰਿਹਾ, ਵਿਸਾਖੀ ਦਾ ਦਿਹਾੜਾ, ਉਦੋਂ ਵੀ ਵੱਡੇ ਪੱਧਰ ਤੇ ਸਾਰੇ ਦਲਾਂ ਪੰਥਾਂ ਵੱਲੋਂ ਇੱਥੇ ਸਮਾਗਮ ਕੀਤੇ ਜਾਣਗੇ। ਘੋੜ ਦੌੜ ਵੀ ਹੋਣੀ ਹੈ। ਆਵਾਜ਼ ਵਧਾ ਦਿਓ ਭਾਈ ਸਾਹਿਬ ਨੂੰ ਬੇਨਤੀ ਆ ਕਿ ਆ ਸਪੀਕਰ ਦੀ ਆਵਾਜ਼ ਵਧਾ ਦਿਓ ਜੀ, ਆ ਸਪੀਕਰ ਦੀ ਆਵਾਜ਼ ਵਧਾਓ, ਆ ਮਾਈਕ ਦੀ ਆਵਾਜ਼ ਵਧਾ ਦਿਓ ਭਾਈ ਸਾਹਿਬ। ਉਹ ਇੱਕ ਜਮੀ ਬੰਦ ਪਿਆ, ਇਹਦੀ ਘੱਟ ਆਵਾਜ਼ ਆ। ਬੇਨਤੀ ਆ ਕਿ ਇਸ ਮਾਈਕ ਦੀ ਆਵਾਜ਼ ਥੋੜੀ ਜ਼ਿਆਦਾ ਕੀਤੀ ਜਾਵੇ, ਸੰਗਤਾਂ ਨੂੰ ਸੁਣ ਸਕੇ। ਬੇਨਤੀਆਂ ਹਨ ਕਿ ਜੋ ਖਾਲਸਾ ਪੰਥ ਦਾ ਸਿਰਜਣਾ ਦਿਵਸ ਆ ਰਿਹਾ ਹੈ 13, 14, 15 ਦਾ, ਉਦੋਂ ਵੀ ਸਾਰੇ ਨਿਹੰਗ ਸਿੰਘ ਫੌਜਾਂ ਵੱਲੋਂ ਇਸੇ ਸਟੇਡੀਅਮ ਦੇ ਵਿੱਚ ਆਪਣੀ ਸਾਰੀ ਫੌਜ ਬਹਿ, ਬਾਕੀ ਸਾਰੇ ਕਿਸਾਨਾਂ ਨੂੰ ਪਿੱਛੇ ਨਹੀਂ ਦਿੱਤਾ। ਘੋੜ ਦੌੜ ਹੋਵੇਗੀ। ਇਸ ਤੋਂ ਬਾਅਦ ਦੂਜੀ ਟੀਮ ਤਿਆਰ ਰਹੇ ਜੀ, ਇਸੇ ਟੀਮ ਤਿਆਰ ਰਹੇ ਪਿੱਛੇ ਜੀ। ਇਸ ਤੋਂ ਬਾਅਦ ਇਸੇ ਗਰਾਊਂਡ ਦੇ ਵਿੱਚ 15 ਅਪ੍ਰੈਲ 14 ਅਪ੍ਰੈਲ ਨੂੰ ਜੋ ਵਿਸਾਖੀ ਆ ਰਹੀ ਹੈ, ਉਸ ਦੇ ਸੰਬੰਧ ਦੇ ਵਿੱਚ ਵੀ ਨਿਹੰਗ ਸਿੰਘ ਫੌਜਾਂ ਵੱਲੋਂ ਵੱਡੇ ਪੱਧਰ ਤੇ ਮਹੱਲਾ ਕੱਢਿਆ ਜਾਵੇਗਾ। ਇਸੇ ਤਰ੍ਹਾਂ ਘੋੜ ਦੌੜਾਂ ਹੋਣੀਆਂ ਨੇ, ਇਸੇ ਤਰ੍ਹਾਂ ਗੱਤਕੇਬਾਜ਼ੀ ਹੋਣੀ ਹੈ। ਵਿਸਾਖੀ ਦੇ ਸੰਬੰਧ ਦੇ ਵਿੱਚ ਵੀ ਇੱਥੇ ਵੱਡਾ ਪ੍ਰੋਗਰਾਮ ਹੋਵੇਗਾ ਅਤੇ ਇੱਕ ਦਿਨ ਸਾਰੇ ਨਿਹੰਗ ਸਿੰਘ ਫੌਜਾਂ ਵੱਲੋਂ ਬੇਨਤੀ ਕਰਾਂਗੇ, ਜਿਹੜੇ ਸੰਯੁਕਤ ਮੋਰਚੇ ਦੇ ਆਗੂ ਨੇ, ਉੱਥੇ ਇੱਕ ਦਿਨ ਸਾਰਿਆਂ ਨੂੰ ਦੇਤਾ ਹੈ, ਇੱਕ ਦਿਨ ਮਹਿਲਾਵਾਂ ਨੂੰ ਵੀ ਦਿੱਤਾ ਗਿਆ, ਇੱਕ ਦਿਨ ਨੌਜਵਾਨਾਂ ਨੂੰ ਵੀ ਸਟੇਜ ਦੇ ਉੱਤੇ ਦਿੱਤਾ ਗਿਆ, ਇੱਕ ਦਿਨ ਰਵਿਦਾਸ ਭਾਈਚਾਰੇ ਨੂੰ ਵੀ ਦਿੱਤਾ ਗਿਆ, ਸਾਰਿਆਂ ਨੂੰ ਇੱਕ ਵਾਹਿਗੁਰੂ ਜੀ ਦੂਜੀ ਟੀਮ ਤੇ ਆ ਰਹੇ, ਇਹਨਾਂ ਦੀ ਫਤਿਹ ਕਰ ਦਿਓ ਜੀ ਸਾਰੀ ਟੀਮ ਹੈ। ਅਤੇ ਹੁਣ ਖਾਲਸਾ ਪੰਥ ਨੂੰ ਇੱਕ ਦਿਨ ਸੰਯੁਕਤ ਮੋਰਚੇ ਦੀ ਸਟੇਜ ਦਾ ਵਿਸਾਖੀ ਤੇ ਅਸੀਂ ਮੰਗਾਂਗੇ। ਉਸ ਦਿਨ ਸਾਰਾ ਦਿਹਾੜੀ ਤੁਹਾਨੂੰ ਖਾਲਸਾ ਪੰਥ ਦੇ ਉੱਤੇ ਵੱਡੇ ਵੱਡੇ ਸਾਡੇ ਜਿਹੜੇ ਖਾਲਸਾ ਪੰਥ ਦੇ ਆਗੂ ਸਾਹਿਬਾਨ ਨੇ, ਪ੍ਰਚਾਰਕ ਸਾਹਿਬਾਨ ਨੇ, ਡਾਕਟਰ ਸੁਖਜੀਤ ਸਿੰਘ ਜੀ ਉਗੋਕੇ, ਸੁਖਪ੍ਰੀਤ ਸਿੰਘ ਜੀ ਉਗੋਕੇ, ਉਹ ਵੀ ਸਾਡੇ ਵਿੱਚ ਹਾਜ਼ਰ ਹਨ। ਉਹ ਵੀ ਹਾਜ਼ਰੀ ਭਰਨਗੇ। ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੀ ਹਾਜ਼ਰੀਆਂ ਭਰਨਗੀਆਂ। ਅਸੀਂ ਰਕੇਸ਼ ਡਕੈਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ, ਉਹ ਵਿਸਾਖੀ ਦੇ ਉੱਤੇ ਵੀ ਹਾਜ਼ਰੀ ਭਰਨਾ। ਇਸ ਪ੍ਰੋਗਰਾਮ ਦੇ ਵਿੱਚ ਜੋ ਕਮੀਆਂ ਆਈਆਂ ਨੇ ਉਹ ਵਿਸਾਖੀ ਦੇ ਉੱਤੇ ਸਾਰੀਆਂ ਕੱਢ ਦਿੱਤੀਆਂ ਜਾਣਗੀਆਂ। ਸਟੇਜ ਇੱਥੇ ਹੀ ਲੱਗੂਗੀ। ਆ ਸਾਹਮਣੇ ਜਿੱਥੇ ਗੱਤਕਾਬਾਜ਼ੀ ਹੋ ਰਹੀ ਹੈ, ਇੱਥੇ ਘੋੜੇ ਭਜਾਏ ਜਾਣਗੇ ਤਾਂ ਕਿ ਜਿਹੜੇ ਸਟੇਜ ਦੇ ਉੱਤੇ ਆਗੂ ਨੇ, ਸਾਡੇ ਜਥੇਦਾਰ ਸਾਹਿਬਾਨ ਨੇ, ਹੋਰ ਆਗੂ ਨੇ, ਉਹ ਚੰਗੀ ਤਰ੍ਹਾਂ ਉਹ ਕਰਤੱਵ ਦੇਖ ਸਕਣ। ਅਸੀਂ ਰਕੇਸ਼ ਡਕੈਤ ਸਾਹਿਬ ਦਾ ਜਿਉ ਆਇਆ ਕਹਿੰਦੇ ਆ, ਧੰਨਵਾਦ ਕਰਦੇ ਆ। ਸਾਡੇ ਡਿੰਪਾ ਪਹਿਲਵਾਨ ਜੀ ਨਾਲ ਆਏ ਹੋਏ ਨੇ, ਸਾਰਿਆਂ ਦਾ ਧੰਨਵਾਦ। ਮਨੋਜ ਸਿੰਘ ਦੋਹਨ ਉਹ ਵੀ ਆਏ ਨੇ, ਸਾਰਿਆਂ ਦਾ ਧੰਨਵਾਦ। ਮੈਂ ਸਾਡੇ ਨੌਜਵਾਨ ਗੁਰਦੀਪ ਸਿੰਘ ਨੂੰ ਬੇਨਤੀ ਕਰੂੰਗਾ ਉਹ ਵੀ ਸਟੇਜ ਤੇ ਆਵੇ, 2 ਮਿੰਟ ਲਾਵੇ। ਉਹਦਾ ਬਹੁਤ ਵੱਡਾ ਧੰਨਵਾਦ ਹੈ, ਸਾਰਿਆਂ ਤੋਂ ਵੱਡਾ ਹੀ ਧੰਨਵਾਦ ਗੁਰਦੀਪ ਸਿੰਘ ਦਾ, ਜਿਹਨੇ ਸਾਰਾ ਪ੍ਰਬੰਧ ਕੀਤਾ ਨੌਜਵਾਨਾਂ ਨੂੰ ਲੈ ਕੇ। ਸਾਰੇ ਨੌਜਵਾਨਾਂ ਦਾ, ਸਾਰੇ ਨੌਜਵਾਨ ਸਭ ਦਾ ਧੰਨਵਾਦ ਹੈ। ਸਾਰੇ ਕਿਸਾਨਾਂ ਦਾ ਧੰਨਵਾਦ ਹੈ, ਸਾਰੇ ਮਜ਼ਦੂਰਾਂ ਦਾ ਧੰਨਵਾਦ ਹੈ, ਸਾਰੇ ਜੋ ਆਗੂ ਸਾਹਿਬਾਨ ਆਏ ਹੋਏ ਨੇ, ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਜਿਉ ਆਇਆ। ਹੁਣ ਖਾਲਸਾ ਪੰਥ ਵੱਲੋਂ ਜੋ ਸਾਡੇ ਕੋਲੇ ਮਹਾਨ ਸ਼ਖਸੀਅਤਾਂ ਆਈਆਂ ਹੋਈਆਂ ਨੇ, ਉਹ ਉਹਨਾਂ ਨੂੰ ਸਰੋਪੇ ਦੇ ਕੇ ਨਵਾਜ਼ਣਗੇ। ਬਾਬਾ ਜੀ ਦੇਈਏ ਸਰੋਪੇ। ਆ ਕੁਰਸੀਆਂ ਥੋੜੀ ਥੋੜੀ ਕਰਦੀ ਆਪਾਂ। ਲਓ 2 ਮਿੰਟ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ 1 ਮਿੰਟ ਧਿਆਨ ਨਾਲ ਆ ਬਚਨ 2-4 ਜਿਹੜੇ ਸੁਣ ਲਓ। ਵਾਹਿਗੁਰੂ ਜੀ, ਜੋ ਕੁਝ ਹੋ ਰਿਹਾ ਅਕਾਲ ਪੁਰਖ ਦੀ ਰਜ਼ਾ ਵਿੱਚ ਹੋ ਰਿਹਾ। ਅਸੀਂ ਇੱਕ ਸੱਚ ਦਾ ਰਾਜ ਲਿਆਉਣਾ ਚਾਹੁੰਦੇ ਹਾਂ, ਸੱਚ ਦਾ ਰਾਜ ਲਿਆਵਾਂਗੇ। ਇੱਕ ਐਸੀ ਸੱਚ ਦੀ ਸਰਕਾਰ ਬਣਾਵਾਂਗੇ। ਤੁਹਾਨੂੰ ਇਹ ਜਿਹੜਾ ਦੇਸ਼ ਹੈ, ਮਹਾਨ ਦੇਸ਼ ਹੈ, ਇਹ ਭਾਰਤ ਦੇਸ਼ ਹੈ। ਇਸ ਨੂੰ ਵਾਕਈ ਵਿਸ਼ਵ ਗੁਰੂ ਦਾ ਦਰਜਾ ਦਿੱਤਾ ਜਾਵੇਗਾ। ਸੱਚ ਦਾ ਰਾਜ ਜਿਹੜਾ ਆਵੇਗਾ
ਜਿਹੜਾ ਤੁਸੀਂ 30% 33% ਟੈਕਸ ਦਿੰਦੇ ਜੇ, ਤੁਹਾਨੂੰ ਹੁਣ 10% ਦੇਣਾ ਪਊਗਾ। ਸਾਰਾ ਨਕਸ਼ਾ ਬਦਲ ਦੇंगे। कोई आवारा कुत्ता नहीं रहूगा, कोई आवारा पशु नहीं रहूगा और ऐसी हरियाली इतने लिया देंगे। तो बस आप इतना चाहिए एक हो जाओ, ये झूठिया सरकार सिर दो। वाहेगुरू जी का खालसा, वाहेगुरू जी की फतेह। लोग मतलब भाई साहब आई ने 2 मिनट, फिर उस तो बाद रकेट का सारे बराबर वालों एलवामिया का साढ़े 4 हो इख्तियार बच्चों ने एंड गाना खड़े ने। धन्यवाद इन्हों का पूरा सहयोग है। ये सारे नौजवानों का धन्यवाद भाई साहब 2 मिनट। वाहेगुरू जी का खालसा, श्री वाहेगुरू जी की फतेह। नौजवान सहयोग टीम वालों असली समूह निहंग सिंह जथेबंदियां का ते इत्थे पहुंचिया किसान जथेबंदियां विशेष करके राकेश टकैत जी का ਜਿਹੜੇ यूपी तो साडे विच पहुंचे आ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ। ਸਮੂਹ ਕਿਸਾਨ ਧੰਨਵਾਦ ਕਰਦੇ ਆ। ਸਮੂਹ ਸਿੱਖ ਪੰਥ ਜਿਹੜਾ ਆ ਉਹ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ। ਤੇ ਨੌਜਵਾਨ ਕਿਸਾਨ ਸਹਿਯੋਗ ਟੀਮ ਨੇ ਬੇਨਤੀ ਕੀਤੀ ਸੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿ ਇਸ ਵਾਰ ਆਪਾਂ ਜਿਹੜਾ ਹੈਗਾ ਮੋਰਚਾ ਦਿੱਲੀ ਦੇ ਵਿੱਚ ਇੱਥੇ ਜ਼ਾਲਮ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਉਹ ਲਾਇਆ ਹੋਇਆ ਤੇ ਆਪਾਂ ਹੋਲਾ ਮਹੱਲਾ ਜਿਹੜੀ ਉਹ ਬਹੁਤ ਮਹਾਨ ਪਰੰਪਰਾ ਜਿਹੜੀ ਸਿੱਖ ਪੰਥ ਦੀ ਹੈ ਉਹਨੂੰ ਵੀ ਆਪਾਂ ਇੱਥੇ ਨਿਭਾਉਣਾ ਹੈ। ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਹੋਲੇ ਮਹੱਲੇ ਨੂੰ ਜਿਹੜਾ ਹੈਗਾ ਇੱਥੇ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਸਾਊਂਡ ਜੀ ਬੇਨਤੀ ਹੈ, ਸਾਊਂਡ ਨੂੰ ਥੋੜੀ ਦੇਰ ਲਈ ਬੰਦ ਕਰ ਦਿਓ ਪਲੀਜ਼। ਸਾਊਂਡ 2 ਮਿੰਟ ਲਈ ਪਲੀਜ਼ ਬੇਨਤੀ ਹੈ ਜੀ। ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਨੌਜਵਾਨ ਕਿਸਾਨ ਸਹਿਯੋਗ ਟੀਮ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਇੱਥੇ ਹੋਲਾ ਮਹੱਲਾ ਮਨਾਉਣ ਦਾ ਜਿਹੜਾ ਫੈਸਲਾ ਲਿਆ ਉਹਦੇ ਨਾਲ ਜਿਹੜਾ ਖਾਸ ਕਰਕੇ ਹਰਿਆਣੇ ਦਾ ਜਿਹੜਾ ਭਾਈਚਾਰਾ ਆ ਉਹਨੂੰ ਇਹ ਮੌਕਾ ਮਿਲਿਆ, ਉਹਨੂੰ ਇਸ ਭਾਗ ਪ੍ਰਾਪਤ ਹੋਇਆ ਕਿ ਉਹਨੇ ਸਿੱਖ ਪਰੰਪਰਾ ਜਿਹੜੀ ਹੈਗੀ ਮਹਾਨ ਸਿੱਖ ਪਰੰਪਰਾ ਜਿਹੜੀ ਹੋਲੇ ਮਹੱਲੇ ਦੀ ਜੰਗਜੂ ਪਰੰਪਰਾਵਾਂ ਦੀ ਜਿਹੜੀ ਮਹਾਨ ਵਿਰਾਸਤ ਆ ਉਹਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਸੁਖਪ੍ਰੀਤ ਸਿੰਘ ਜੋਧੋਕੇ ਵਰਗੇ ਜਿਹੜੇ ਸਾਡੇ ਵਿਦਵਾਨ ਨੇ, ਫਿਲਾਸਫਰ ਨੇ, ਇਤਿਹਾਸਕਾਰ ਨੇ, ਉਹਨਾਂ ਨੂੰ ਹਰਿਆਣੇ ਦੀ ਧਰਤੀ ਤੋਂ ਖੜ ਕੇ ਸੁਣਨ ਦਾ ਮੌਕਾ ਜਿਹੜਾ ਹੈਗਾ ਉਹ ਸਿੱਖ ਪੰਥ ਦੇ ਨਾਲ ਨਾਲ ਹਰਿਆਣੇ ਦੇ ਲੋਕਾਂ ਨੂੰ, ਯੂਪੀ ਦੇ ਲੋਕਾਂ ਨੂੰ ਸੁਣਨ ਦਾ ਜਿਹੜਾ ਮੌਕਾ ਮਿਲਿਆ। ਤੇ ਇਹਦੇ ਲਈ ਅਸੀਂ ਧੰਨਵਾਦੀ ਹਾਂ ਨਿਹੰਗ ਸਿੰਘ ਜਥੇਬੰਦੀਆਂ ਦੇ, ਰਾਕੇਸ਼ ਟਕੈਤ ਸਾਹਿਬ ਦੇ ਤੇ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ। ਜੰਗਵੀਰ ਸਿੰਘ ਜੀ ਚੌਹਾਨ ਜਿਹੜੇ ਦੁਆਬਾ ਕਿਸਾਨ ਕਮੇਟੀ ਵੱਲੋਂ ਇੱਥੇ ਪਹੁੰਚੇ ਆ, ਮੁਕੇਸ਼ ਚੰਦਰ ਜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਬਲਦੇਵ ਸਿੰਘ ਸਿਰਸਾ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਬਲਵੰਤ ਸਿੰਘ ਬਹਿਰਾਮ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ, ਅਮਰਜੀਤ ਸਿੰਘ ਰੜਾ ਦੁਆਬਾ ਕਿਸਾਨ ਕਮੇਟੀ ਵੱਲੋਂ, ਸਤਨਾਮ ਸਿੰਘ ਸੈਣੀ BKU ਦੁਆਬਾ, ਨਵਦੀਪ ਸਿੰਘ ਜੀ ਬਾਰਡਰ ਕੈਨਨ ਵਾਲੇ, ਜਸਵੀਰ ਸਿੰਘ BKU ਸਿੱਧੂਪੁਰ, ਰਾਕੇਸ਼ ਟਕੈਤ ਜੀ, ਬੂਟਾ ਸਿੰਘ ਸਿੱਧੂਪੁਰ, ਚਰਨਜੀਤ ਸਿੰਘ, ਇਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਤੇ ਇੱਕ ਹੋਰ ਜ਼ਰੂਰੀ ਸੂਚਨਾ ਜਿਹੜੀ ਹੈਗੀ ਹੈ ਉਹ ਚਰਨਜੀਤ ਸਿੰਘ ਜੀ ਦਸ਼ਮੇਸ਼ ਖਾਲਸਾ ਮਿਸ਼ਨ ਸਿੱਖ ਜਥੇਬੰਦੀ ਵੱਲੋਂ, ਜਥੇਦਾਰ ਪੂਰਨ ਸਿੰਘ ਜੀ ਬੁੱਢਾ ਦਲ ਵੱਲੋਂ ਤੇ ਹਰਬੇਲ ਸਿੰਘ ਜੀ ਸਰਬੀਤੋਂ, ਇਹਨਾਂ ਵੱਲੋਂ ਇੱਕ ਜ਼ਰੂਰੀ ਸੂਚਨਾ। ਸਾਰੇ ਧਿਆਨ ਦਿਓ ਇਸ ਗੱਲ ਦੇ ਉੱਤੇ ਕਿ 20 ਅਪ੍ਰੈਲ ਨੂੰ 200 ਜਾਟ ਭਾਈਚਾਰਾ ਜਿਹੜਾ ਆ 20 ਅਪ੍ਰੈਲ ਨੂੰ 200 ਜਾਟ ਭਾਈਚਾਰਾ ਹਰਿਆਣੇ ਤੇ ਰਾਜਸਥਾਨ ਦਾ ਉਹ ਹਰਮੰਦਰ ਸਾਹਿਬ ਅੰਮ੍ਰਿਤ ਛਕਣ ਦੇ ਲਈ ਜਾ ਰਿਹਾ। 20 ਅਪ੍ਰੈਲ ਨੂੰ 200 ਜਾਟ ਭਾਈਚਾਰਾ ਇੱਥੇ ਮੈਂ ਇੱਕ ਗੱਲ ਕਹਿ ਰਿਹਾ ਕਿ ਅਸੀਂ ਕਿਸੇ ਦੂਜੇ ਧਰਮ ਨੂੰ ਨੀਵਾਂ ਨਹੀਂ ਸਮਝਦੇ, ਮਾੜਾ ਨਹੀਂ ਸਮਝਦੇ। ਸਾਰੇ ਧਰਮਾਂ ਦੀ ਜਿਹੜੀ ਹੈਗੀ ਆ ਉਹ ਆਪੋ ਆਪਣੀ ਅਹਿਮੀਅਤ ਆ, ਪਰ ਇੱਕ ਜਿਹੜਾ ਹੈਗਾ ਉਹ ਉਹਨਾਂ ਦੀ ਉਹ ਆਪਣੀ ਇੱਕ ਸਮਝ ਦੇ ਵਿੱਚੋਂ ਦੀ, ਇੱਕ ਪ੍ਰੇਰਨਾ ਦੇ ਵਿੱਚੋਂ ਦੀ, ਪ੍ਰਭਾਵ ਦੇ ਵਿੱਚੋਂ ਦੀ, ਮਤਲਬ ਜਾਟ ਭਰਾ ਨੇ ਜਿਹੜੇ ਉਹ ਅੰਮ੍ਰਿਤ ਛਕ ਕੇ ਸਿੱਖ ਧਰਮ ਦੇ ਵਿੱਚ 200 ਜਾਟ ਭਰਾ ਜਿਹੜੇ 20 ਅਪ੍ਰੈਲ ਨੂੰ ਸ਼ਾਮਲ ਹੋਣ ਜਾ ਰਹੇ ਆ। ਇਹ ਜਿਹੜੀ ਹੈਗੀ ਆ ਉਹ ਸਾਡੇ ਸਾਰਿਆਂ ਵਾਸਤੇ, ਸਾਰੀ ਹੀ ਮਾਨਵਤਾਵਾਦ, ਸਾਰੀ ਮਨੁੱਖਤਾ ਵਾਸਤੇ ਬੜੀ ਮਾਣ ਦੀ ਗੱਲ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ, ਸਾਰੀ ਨਿਹੰਗ ਸਿੰਘ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਦਾ, ਵਿਸ਼ੇਸ਼ ਕਰਕੇ ਰਾਕੇਸ਼ ਟਕੈਤ ਸਾਹਿਬ ਤੇ ਉਹਨਾਂ ਦੀ ਜਥੇਬੰਦੀ ਦਾ ਤੇ ਹਰਿਆਣੇ ਦੇ ਵੀਰਾਂ ਦਾ, ਭੈਣਾਂ ਦਾ, ਰਾਜਸਥਾਨ ਦੀਆਂ ਵੀਰਾਂ ਦੇ ਭੈਣਾਂ ਦਾ, ਉੱਤਰ ਪ੍ਰਦੇਸ਼ ਦੇ ਵੀਰਾਂ ਦੇ ਭੈਣਾਂ ਦਾ ਤੇ ਸਮੂਹ ਸਿੱਖ ਪੰਥ ਦਾ ਤਹਿ ਦਿਲੋਂ ਧੰਨਵਾਦ ਕਰਦਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ ਇੱਥੇ ਬਾਬਾ ਜੀ ਆਪਾਂ ਬੁਲਾ ਰਹੇ। ਟਕੈਤ ਸਾਹਿਬ ਇੱਧਰ ਆਓ ਜੀ ਸਾਰਿਆਂ
ਸਾਡੇ ਸਾਰਿਆਂ ਦੇ ਵਿਚਾਲੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ ਅਰਬਾਂ ਖਰਬਾਂ ਦੇ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਸਾਰੀਆਂ ਨੇ ਸਿੰਘ ਫੌਜਾਂ ਵੱਲੋਂ ਜਕਾਰੇ ਦੇ ਨਾਲ ਫਤਿਹ ਪਾਵੇ ਢਾਲ ਹੋ ਜਾਵੇ। ਟਕੈਤ ਜੀ ਦਾ ਸਾਰਿਆਂ ਜਥੇਬੰਦੀਆਂ ਬਾਬਾ ਨਾਰਾਇਣ ਸਿੰਘ ਜੀ ਸਾਰਿਆਂ ਵੱਲੋਂ ਸਨਮਾਨ ਮਾਤਾ ਜੀ ਦਾ ਵੀ ਜਕਾਰੇ ਹੋ ਜਾਵੇ ਫਤਿਹ ਪਾਵੇ। ਅਸੀਂ ਬੇਨਤੀ ਕਰਾਂਗੇ ਟਕੈਤ ਸਾਹਿਬ ਨੂੰ ਕਿ ਜਿਹੜਾ ਵਿਸਾਖੀ ਦਾ ਪ੍ਰੋਗਰਾਮ ਉਦੋਂ ਵੀ ਅਸੀਂ ਇਹ ਮਹੱਲਾ ਕੱਢਣਾ ਹੈ, ਉਦੋਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਨਾਲ ਕੋਲੋਂ ਇੱਥੇ ਆਪਾਂ ਟਰੈਕ ਨੇੜੇ ਬਣਾ ਲੈਣਾ, ਉਦੋਂ ਤੁਸੀਂ ਜ਼ਰੂਰ ਪਹੁੰਚ ਕੇ ਦਰਸ਼ਨ ਦਿਓ। ਨਹੀਂ 13 ਨੂੰ ਵਿਸਾਖੀ ਉਦਘਾਟਨ ਹੁੰਦਾ ਜੀ, ਜਿਸ ਦਿਨ ਵਿਸਾਖੀ ਚਾਹੇ 14 ਦੀ ਜੇ 13 ਨੂੰ ਵਿਸਾਖੀ 14 ਦਾ ਹੋ ਜੇ 14 ਦੇ 15 ਨੂੰ ਹੋ ਅਗਲੇ ਦਿਨ ਹੋਗਾ। ਆਪ ਜੀਆਂ ਨੇ ਸਾਰਿਆਂ ਨੇ ਤੁਸੀਂ ਜੀਓ ਆਏ ਨੂੰ ਅਸੀਂ ਬਹੁਤ ਦਿਲ ਤੁਹਾਡਾ ਸਤਿਕਾਰ ਕਰਦੇ ਹਾਂ। ਤੁਸੀਂ ਇਹ ਭਾਰਤ ਦੇ ਸਾਰੇ ਲਾਜ ਰੱਖਿਆ ਮੋਰਚੇ ਦੀ ਤੇ ਤੁਸੀਂ ਇੱਧਰ ਰੱਖਿਆ ਸਾਡੇ ਨਿਹੰਗ ਸਿੰਘ ਫੌਜਾਂ ਨੇ ਉਹ RSS ਨੂੰ ਭਜਾ ਕੇ ਇੱਥੇ ਪੰਜਾਬ ਦੀ ਇੱਜ਼ਤ ਰੱਖੀ ਆ। ਇਹ ਚੜ੍ਹਦੀ ਕਲਾ ਤੁਹਾਡਾ ਜੀ ਜੀ ਆਇਆ 2 मिनट। नहीं बढ़िया प्रोग्राम होगा, आएंगे उस दिन। और एक दिन जब यहाँ से जीत कर जाएंगे इन सारी फौज को तो गांव में लेकर जाना है, वही प्रोग्राम रहेगा। देखो टिकैत साहब हमेशा वे गुरुद्वारों से हम लोग सब गुरु परंपरा से जुड़े हुए हैं, गुरुद्वारों से हम जुड़े हुए हैं सब लोग। और निहंग जो फौज है ये नहीं मिली थी हमको, ये अब मिल गई। तो इनको 7-8 दिन का इनका प्रोग्राम होगा। इनका एक गांव है वहाँ पे हमने मुजफ्फरनगर में सिसोली जो अपना गांव है जन्मस्थल टिकैत साहब का, वहाँ पे इनको लेकर जाएंगे। बढ़िया प्रोग्राम होगा, लाखों आदमी ये प्रोग्राम देखने आएंगे और सरदेशी में सब लोगों से बातचीत करके बढ़ाएंगे प्रोग्राम। ठीक है, खाप पंचायत का प्रोग्राम करेंगे, वहाँ पे कुछ भैंस कटेंगे। खाप पंचायत का बड़ा योगदान रहा सिखिज्म के साथ में, तो करेंगे प्रोग्राम बड़ा, क्योंकि ये आने जाने से तालमेल बड़ा रहेगा। जब 8-10 दिन सब लोग वहां रहेंगे और ये ट्रैक्टर के साथ में फौज आ गई वहां पे, ये तो युद्ध की फौज है अपने। देखो आज भी जिस हिसाब से ट्रैक्टर आए, जिस हिसाब से जो ट्रैक्टर लगे ना, तो ऐसा लगता है कि जैसे किसानों के टैंक आ गए हो। और तो ये अच्छा प्रोग्राम है, परंपरा को हमको करना है। और बच्चे बहुत छोटे जो बच्चे हैं, ये देखो मतलब जितना हल्का शरीर जिस बच्चे का छोटा, वो सबसे ज्यादा जो कला कर रहा है, ये देखो कितने। तो अच्छा प्रोग्राम ये रहा और ये प्रोग्राम करेंगे हम, उस दिन आएंगे फिर सब लोग आएंगे। और उसमें अरे आ जाओ भाई, MP पहलवान जी होंगे, बिल्लू भाई होगा, अनुज है, अनुज ठाकुर है, इलाहाबाद से है, ये जिलाध्यक्ष है अनुज ठाकुर। अनुज ठाकुर आओ MP पहलवान है, अपने पदाधिकारी हरियाणा से है। MP पहलवान है, अपने महासचिव है हरियाणा के। आओ डिम्पी, MP पहलवान हरियाणा। सत श्री अकाल। बिल्लू चौधरी ये मुजफ्फरनगर से है, लोनी से है और बहुत संघर्ष। अशोक गटान, और इनके गांव की भी एक बड़ी परंपरा रही, इनमें भी बड़ी लड़ाई लड़ी है। इनका परिवार बहुत है। और ये भी जब अपने गाँव में वहाँ पर आए, एक कहानी है पुरानी। और अपने जब घर से चले तो दिवाली पूज के चले थे, जो गोधन होती है ना, कि वहाँ पे झगड़ा होगा और फिर ना झगड़ा जीतता है। 5 दिन 15 दिन पहले वो पूजा करते हैं अपने गांव में वहाँ पे, और उस गांव पे कब्जा करा। वहाँ पे किसी एक कौम का कब्जा था, वो था कुछ मामला उसका, तो वहाँ पे जाकर कब्जा करा और लड़ाई लड़ी। वहाँ पे 300 लोग, उसमें कई सौ साल पहले मारे गए थे।
और 14 दिन पहले आज 14 दिन पहले अपने को धन पूजा करते हैं। तो ये ना सारी परंपराएं हो रही है सब, देखो लड़ाइयाँ लड़ी सब। उधर से आ जाओ, उधर से नहीं, उधर से चिन्ने से आ जाओ, याद है नहीं, चिन्ने से चिन्ने से चिन्ने से जूते मत निकाल लो। गुरुराम जी ऐसे ही आ जाओ, ऐसे ही आ जाओ। लो जी लो, गुरनाम सिंह चढ़ोली आए लेट आए, चाहते हैं हाँ, चलो लो जी लो। वाहिगुरु जी का खालसा, वाहिगुरु जी की फतेह। सारी संगतां नूं होले महल्ले दियां बहुत बहुत बधाइयां। सब दे तुहाडे धन्नवादी ਜਿਹੜਾ ਇੰਨੇ ਲੰਮੇ ਸਮੇਂ ਤੋਂ ਸਾਰੀਆਂ ਸੰਗਤਾਂ ਇਸ ਅੰਦੋਲਨ ਦੇ ਵਿੱਚ ਜਮ ਕੇ ਬੈਠੀਆਂ ਹੋਈਆਂ ਨੇ ਤੇ ਜਿਹੜੇ ਸਾਡੇ ਗੱਤਕਾ ਖੇਡਣ ਵਾਲੇ ਭਰਾ ਨੇ ਉਹ ਬੜੀ ਕਲਾਕਾਰੀਆਂ ਦਿਖਾ ਰਹੇ ਨੇ। ਬਹੁਤ ਜਿਹੜੇ ਕਲਾਕਾਰੀਆਂ ਦਿਖਾ ਰਹੇ ਨੇ ਸਾਰੇ ਵਧਾਈ ਦੇ ਪਾਤਰ ਨੇ। ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਨਿਹੰਗ ਸਿੰਘਾਂ ਦੇ ਸਾਰੇ ਜਥੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਬੜੇ ਲੰਬੇ ਸਮੇਂ ਤੋਂ ਇੱਥੇ ਡਟੇ ਹੋਏ ਨੇ ਤੇ ਬੜੇ ਉਤਸ਼ਾਹ ਦੇ ਨਾਲ ਹੋਲਾ ਮਹੱਲਾ ਮਨਾ ਰਹੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜੂਨੀ ਸਾਹਿਬ ਆਏ ਨੇ, ਉਹਨਾਂ ਦਾ ਵੀਡੀਓ ਬਣਨੀ, ਫੋਟੋਗ੍ਰਾਫਰ ਅਤੇ ਸਾਡੇ ਜਿਹੜੇ ਫੋਟੋਗ੍ਰਾਫਰ ਦੋਹਨ ਜੀ ਹਨ ਉਹਨਾਂ ਨੂੰ ਵੀ ਸਰੋਪਾ ਦੇਣਾ ਹੈ। ਬਾਬਾ ਨਾਰਾਇਣ ਸਿੰਘ ਜੀ ਜਿਹੜੇ ਧਰਨਾ ਦਲ ਦੇ ਮੁਖੀ ਨੇ ਉਹ ਮਨੋਜ ਸਿੰਘ ਦੋਹਨ ਨੂੰ ਸਰੋਪਾ ਦੇਣਗੇ। मनोज कहाँ है वो भी आ जाए। और जो भी अपने चटूनी साहब के साथ आए हैं सभी को सरोपा दिया जाएगा। बोले सो निहार। मनोज दोहन जी साडे सिख पंथ दी मान आश्री जगतार सिंह जी हवारा उन्होंने फादर साहब बापू जी गुरचरण सिंह जी आए हुए ने वो भी स्टेज ते पहुंचना उन्होंने मान सम्मान किया जाएगा। फोटो लो जगारे बजावे फतेह पावे निहालो जावे। सारे दलों पंथां वालों सारिਆਂ ਨੂੰ जियो आया। मनोज दोहन जी वो भी उत्ते स्टेज ते आ जाण ਅਤੇ ਸਾਡੇ ਜਿਹੜੇ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਨੇ ਉਹ ਵੀ ਪਹੁੰਚਣ ਸਟੇਜ ਦੇ ਉੱਤੇ। ਦਵਿੰਦਰ ਸਿੰਘ ਜੀ ਬੈਲਜੀਅਮ, ਦਵਿੰਦਰ ਸਿੰਘ ਬੈਲਜੀਅਮ ਜੀ ਹੈ ਆ ਦਿਓ ਜੀ ਸਰੋਪਾ ਬਾਬਾ ਜੀਆਂ ਨੂੰ। ਬਾਬਾ ਜੀ ਫੜੋ ਸਰੋਪਾ। बापू गुरचरण सिंह जी हवारा साडे पंथ की माया नाज हाथी जगतार सिंह जी हवारे फादर साहब ये पंथ की माया नाज हस्ती है साडे जगतार सिंह जी हवारा जिहड़े जथेदार ने पंथ के अकाल तख्त साहब के उन्होंने पिता जी हैं बापू जी हैं साडे भी बापू जी हैं बहुत प्यार करते हैं पंथ नूं। बहुत इन्हां दी वड्डी देन है इस मोर्चे नूं दिन रात मोर्चे दे विच आउंदे ने पर बोल के स्टेज ते कुछ नहीं जांदे चुपचाप सेवावां करके चले जांदे ने। अज भी आए ने थोड़े सदे दे सारे नसीब पायो ये सारियां संगतां दे सामने होवो जी। बापू गुरचरण सिंह जी आगे बाबा जयकारे लगाओ फतेह पावे निहालो जावे। साडे अपने जर्मन तो भाई प्रताप सिंह जी
ਮਨੋਜ ਦੂਨ ਜੀ, ਬਾਬਾ ਜੀ ਸਰੋਪਾ ਦਿਓ ਮਨੋਜ ਦੂਨ ਜੀ ਨੂੰ ਆ ਦਿਓ। ਦਵਿੰਦਰ ਸਿੰਘ ਜੀ ਬੈਲਜੀਅਮ, ਮਨੋਜ ਜੀ ਸਰੋਪਾ, ਦਵਿੰਦਰ ਸਿੰਘ ਜੀ ਬੈਲਜੀਅਮ, ਭਾਈ ਪ੍ਰਤਾਪ ਸਿੰਘ ਜੀ ਜਰਮਨ ਵੱਲੋਂ ਅਤੇ ਸਾਡੇ ਭਾਈ ਦਵਿੰਦਰ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਵੀ ਸੰਗਤਾਂ ਆਈਆਂ ਨੇ। ਭਾਈ ਰਣਜੀਤ ਸਿੰਘ ਜੀ ਕੈਨੇਡਾ ਵਾਲੇ ਉਹ ਵੀ ਸਟੇਜ ਤੇ ਆਉਣ। ਭਾਈ ਦਵਿੰਦਰ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਭਾਈ ਰਣਜੀਤ ਸਿੰਘ ਜੀ ਦਿੱਲੀ ਕੈਨੇਡਾ ਵਾਲੇ ਉਹ ਵੀ ਆਉਣ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਵੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਸਨਮਾਨਿਤ ਕਰਨਾ ਹੈ। ਆ ਸਾਡੇ ਬਾਬਾ ਭਾਈ ਗੁਰਦੀਪ ਸਿੰਘ ਜੀ ਨੌਜਵਾਨ, ਇਹ ਜਿਹੜੀ ਟੀਮ ਹੈ ਪਹਿਲਾਂ ਬੋਲ ਕੇ ਕਹਿੰਦੇ ਕਿਹੜੇ ਭਾਈ ਬਣਾਇਆ ਹੈ ਕਲੱਬ ਭਾਈ, ਉਹ ਆ ਜਾਓ, ਉਹ ਸਾਰੇ ਤੁਸੀਂ ਸਨਮਾਨਿਤ ਕਰੋ ਸਾਰੇ ਜਥੇਦਾਰ ਸਾਹਿਬਾਨਾਂ ਦਾ। ਨੌਜਵਾਨ ਕਿਸਾਨ ਸਹਿਯੋਗ, ਪਹਿਲਾਂ ਨਿਸ਼ਾਨਾਂ ਵਾਲੇ ਸਿੰਘਾਂ ਦੇ ਸਰੋਪੇ ਜਿਹੜੇ ਨਿਸ਼ਾਨਤੀ ਸਿੰਘ ਨੇ, ਬਾਬਾ ਭਾਈ ਸਾਹਿਬ ਨਿਸ਼ਾਨ ਸਿੰਘਾਂ ਦੇ ਪਾ ਦਿਓ। ਸਾਡੇ ਬਹੁਤ ਅਤੀ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਜੀ, ਜਗਤਾਰ ਸਿੰਘ ਲੁਹਾਰਾ ਜੀ ਜਥੇਦਾਰ ਸਾਡੇ ਅਕਾਲ ਤਖਤ ਸਾਹਿਬ ਦੇ, ਉਹ 2 ਮਿੰਟ ਆਪਣੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਲੈਣਗੇ ਫਤਿਹ। ਸੰਗਤਾਂ ਦੇ ਨਾਲ ਤੇ ਨਾਲੇ ਦਰਸ਼ਨ ਦੇਣਗੇ ਬਾਪੂ ਜੀ। ਕਰੀਬ ਸਾਡੇ ਪ੍ਰਧਾਨ ਸਾਹਿਬ ਜੀ ਉਤਰ ਰਹੇ ਨੇ, ਅਤਾਰੋ ਜੀ ਪ੍ਰਧਾਨ ਸਾਹਿਬ ਨੂੰ